ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL, because we care। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਤੁਸੀਂ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤੇ ਲੋਕਲ ਹੀ ਕੰਮ ਕਰਨਾ ਚਾਹੁੰਦੇ ਤਾਂ ਸੈਟਲ ਦੀ ਵਾਸ਼ਿੰਗਟਨ ਫਰੇਟ ਸਰਵਿਸ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਡਿਸਪੈਚ ਪੰਜਾਬੀ 'ਚ ਵੀ ਕਰਦੇ ਨੇ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਤਾਂ ਡੇਰਾ ਮੁਖੀ ਦੀ ਉਮਰ ਕੈਦ ਦੀ। ਅਕਸਰ ਦੋ ਪੇਸ਼ਾਵਾਂ ਹੁੰਦੀਆਂ, ਤਾ ਉਮਰ ਤੇ ਉਮਰ ਕੈਦ। ਹੁਣ ਇਹ ਅਸਲ ਦੇ ਵਿੱਚ ਕਿਹੜੀ ਕੈਦ ਹੈ? ਬਾਮਸ਼ੱਕਤ ਤਾਂ ਹੋਏਗੀ। ਬਿਲਕੁਲ ਜੀ, ਬਾਮਸ਼ੱਕਤ ਤਾਂ ਹਰ ਇੱਕ ਬੰਦੇ ਨੂੰ ਹੁੰਦੀ, ਹਰ ਬੰਦੇ ਨੂੰ। ਜਿਹੜਾ ਬੰਦਾ ਹੱਟਾ ਕੱਟਾ ਹੋਵੇ, ਮੁਸ਼ੱਕਤ ਮੈਨੇ ਮਿਹਨਤ, ਹਾਂ, ਮਜ਼ਦੂਰੀ ਹੋਵੇ, ਜਦੋਂ ਮਜ਼ਦੂਰੀ ਲੇਬਰ ਕੰਮ ਕਰਵਾਇਆ ਜਾਂਦਾ ਹੈ। ਜੇ ਕੋਈ ਬੰਦਾ ਬਿਮਾਰ ਹੈ, ਕੋਈ ਬੰਦਾ ਮੈਂਟਲੀ ਡਿਸਆਰਡਰ ਹੈ, ਬਜ਼ੁਰਗ ਇੰਨਾ ਜ਼ਿਆਦਾ, ਉਹਦੇ 'ਚ ਥੋੜ੍ਹੀ ਗੁੰਜਾਇਸ਼ ਹੁੰਦੀ ਹੈ ਕਿ ਉਹਨੂੰ ਕਿਸੇ ਸੌਖੇ ਕੰਮ ਦੇ ਉੱਤੇ ਪਾ ਦਿੱਤਾ ਹੈ। ਪਾਇਆ ਉਹਨੂੰ ਵੀ ਜਾਂਦਾ ਹੈ, ਲੇਕਿਨ ਜਿਹੜਾ ਹੱਟਾ ਕੱਟਾ ਹੋਵੇ ਉਹ ਤੋਂ ਕੰਮ ਲਿਆ ਜਾਂਦਾ ਹੈ ਜੀ। ਜਿੱਥੋਂ ਤੱਕ ਰਾਮ ਰਹੀਮ ਦਾ ਸਵਾਲ ਹੈ, ਰਾਮ ਰਹੀਮ ਨੂੰ ਪਹਿਲਾਂ ਵੀ ਜਿਹੜੀ ਸਜ਼ਾ ਹੋਈ ਹੈ, ਇਹਨੂੰ ਕੋਈ ਸਖਤ ਕੰਮ ਨਹੀਂ ਦਿੱਤਾ ਗਿਆ। ਅੱਛਾ ਜੀ, ਕਿਉਂਕਿ ਸਿਕਿਉਰਿਟੀ ਥ੍ਰੈਟ ਹੈ।
ਜੇ ਬਾਕੀ ਕੈਦੀਆਂ ਦੇ ਨਾਲ ਇਹਨੂੰ ਕੰਮ ਤੇ ਲਾਇਆ ਜਾਂਦਾ ਹੈ ਤੇ ਪਤਾ ਨਹੀਂ ਕਿਹਦੇ ਜਜ਼ਬਾਤ ਕਦੋਂ ਭੜਕ ਪੈਣ। ਬਿਲਕੁਲ, ਇਹ ਤਾਂ ਪਤਾ ਹੀ ਨਹੀਂ ਲੱਗਦਾ ਜੀ। ਇਹਦਾ ਆਪਾਂ ਵੇਖਿਆ ਹੀ ਆ ਉਦੋਂ ਨਹੀਂ, ਪੂਲੇ ਅਸੀਂ ਵੇਲੇ। ਪੂਲੇ ਵੇਲੇ ਕਿਉਂ ਸੀ ਆਪਣੇ ਪੰਜਾਬ ਦੇ ਵਿੱਚ ਦੇਖਿਆ, ਇਹਦੇ ਨਾਲ ਸੰਬੰਧਿਤ ਹੀ ਦੇਖਿਆ। ਹੂੰ ਮਹਿੰਦਰਪਾਲ ਮਹਿੰਦਰਪਾਲ ਬਿੱਟੂ ਡੇਰਾ ਸੱਚਾ ਸੌਦਾ ਦਾ ਬਹੁਤ ਵੱਡਾ ਲੀਡਰ ਸੀ ਕੋਟਕਪੂਰਾ ਹਲਕੇ ਦਾ ਜੀ। ਉਸ ਬੰਦੇ ਨੂੰ ਅਰੈਸਟ ਕੀਤਾ ਸੀ ਬਾਘਾ ਪੁਰਾਣਾ ਦੇ ਵਿੱਚ ਇੱਕ ਬੱਸ ਨੂੰ ਸਾੜਨ ਦੇ ਮਾਮਲੇ 'ਚ। ਜੀ। ਜੇਲ੍ਹ ਦੇ ਅੰਦਰੋਂ ਉਹਨੇ ਆਪਣਾ ਇੱਕ ਲੈਟਰ ਲਿਖਿਆ ਸੀ ਸੈਸ਼ਨ ਜੱਜ ਦੇ ਜੇਲ੍ਹ ਸੁਪਰਡੈਂਟ ਦੇ ਰਾਹੀਂ ਸੈਸ਼ਨ ਜੱਜ ਨੂੰ ਕਿ ਮੈਂ ਇਕਵਾਲੀਆ ਬਿਆਨ ਦੇਣਾ ਚਾਹੁੰਦਾ। ਅਦਾਲਤ ਨੇ ਪ੍ਰਬੰਧ ਕੀਤਾ, ਉਹਨੇ ਇਕਵਾਲੀਆ ਬਿਆਨ ਦਿੱਤਾ ਜਿਹਦੇ ਵਿੱਚ ਉਹਨੇ ਮੰਨਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੁਰਜ ਜਵਾਹਰ ਸਿੰਘ ਵਾਲਾ ਤੋਂ ਬੀੜ ਚੋਰੀ ਹੋਈ ਸੀ ਜੀ, ਚੋਰੀ ਕਰਵਾਉਣ ਤੋਂ ਲੈ ਕੇ ਬੇਅਦਬੀ ਕਰਨ ਤੱਕ ਸਾਡਾ ਯੋਗਦਾਨ ਹੈ। ਉਸ ਬੰਦੇ ਨੂੰ ਹਾਲਾਂਕਿ ਸੀਬੀਆਈ ਨੇ, ਕਿਉਂਕਿ ਕੇਸ ਉਦੋਂ ਤੱਕ ਸੀਬੀਆਈ ਕੋਲ ਟ੍ਰਾਂਸਫਰ ਹੋ ਕੇ ਚਲਾ ਗਿਆ ਸੀ ਬੇਅਦਬੀ ਦਾ, ਸੀਬੀਆਈ ਨੇ ਗ੍ਰਿਫਤਾਰ ਨਹੀਂ ਸੀ ਕੀਤਾ। ਲੇਕਿਨ ਪਹਿਲੇ ਕੇਸ ਦੇ ਵਿੱਚ ਹੀ ਬੱਸ ਨੂੰ ਸਾੜਨ ਵਾਲੇ ਕੇਸ ਦੇ ਵਿੱਚ ਉਸ ਬੰਦੇ ਨੂੰ ਨਾਭਾ ਜੇਲ੍ਹ 'ਚ ਤਬਦੀਲ ਕਰਤਾ ਸੀ। ਜੀ। ਤੁਸੀਂ ਯਾਦ ਕਰੋ, ਫਿਰ ਨਾਭਾ ਜੇਲ੍ਹ ਦੇ ਵਿੱਚ 2 ਸਿੱਖ ਨੌਜਵਾਨਾਂ ਨੇ ਉਹਦਾ ਕਤਲ ਕਰਤਾ ਸੀ। ਬਿਲਕੁਲ। ਇਸ ਕਰਕੇ ਇਹ ਸਟੇਟ ਨੂੰ ਪਤਾ ਹੈ, ਚਾਹੇ ਹਰਿਆਣੇ ਦੀ ਸਟੇਟ ਹੋਵੇ, ਪੰਜਾਬ ਦੀ ਸਟੇਟ ਹੋਵੇ, ਸਟੇਟ ਦਾ ਮਤਲਬ ਆ ਰਾਜ। ਰਾਜ ਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਬੰਦੇ ਨੂੰ ਸਿਕਿਉਰਿਟੀ ਥ੍ਰੈਟ ਹੈ, ਪਹਿਲਾਂ ਵੀ ਇਹਦੇ ਤੇ ਕਈ ਵਾਰੀ ਹਮਲੇ ਹੋ ਚੁੱਕੇ ਹੈ ਜੀ। ਇਸ ਕਰਕੇ ਜੇ ਉਹਨੂੰ ਓਪਨ ਕੈਦੀਆਂ ਦੇ ਨਾਲ ਉੱਥੋਂ ਕੰਮ ਕਰਵਾਇਆ ਜਾਂਦਾ ਤਾਂ ਉਹਦੀ ਜਾਨ ਨੂੰ ਖਤਰਾ ਹੈ। ਬਿਲਕੁਲ। ਇਹ ਤਾਂ ਮੇਰਾ ਖਿਆਲ ਹੈ ਵੀ ਉਹਨੂੰ ਇਸ ਤਰ੍ਹਾਂ ਨਹੀਂ ਪਾਇਆ ਜਾ ਸਕਦਾ ਤੇ ਨਾ ਹੀ ਇਹ ਤੋਂ ਪਹਿਲਾਂ ਪਾਇਆ। ਪਹਿਲਾਂ ਵੀ ਜਿਹੜਾ ਉਹਨੂੰ ਕੰਮ ਪਾਇਆ, ਉਹਨੂੰ ਸਬਜ਼ੀਆਂ ਬੀਜਣ ਬਜਾਉਣ, ਜਿਹੜੀ ਉਹਦੀ ਆਪਦੀ ਹੱਥ ਹੈ, ਉਹ ਸਭ ਹਾਤੇ ਦੇ ਵਿੱਚ ਉਹ ਮਤਲਬ ਆਪਦਾ ਕਰ ਸਕਦਾ। ਮਤਲਬ ਸ਼ੁਗਲੇ ਮੁਗਲੇ ਜੇ ਕਰ ਲੈਂਦਾ ਵੀ ਆ ਹੈਗਾ ਜੀ, ਹੈਗਾ ਕਰਨਾ ਕਰਾਉਣਾ ਕੱਖ ਨਹੀਂ। ਤੇ ਜੇ ਕੁਛ ਕਰਨਾ ਕਰਾਉਣਾ ਹੁੰਦਾ ਦਾਨੇ ਵਾਲੀਆ ਸਾਹਿਬ, ਫਿਰ ਜੇਲ੍ਹ ਦੇ ਵਿੱਚੋਂ ਉਹ ਇਹ ਨਾ ਡਿਮਾਂਡ ਕਰਦਾ ਕਿ ਜੀ ਮੇਰੀ ਤਾਂ ਹੁਣ ਦਾੜੀ ਜਿਹੜੀ ਹੈਗੀ ਰੰਗਣ ਕੱਢੀਓ ਪਈ ਹੈ ਤੇ ਮੈਨੂੰ ਡਾਈ ਪ੍ਰੋਵਾਈਡ ਕਰਵਾਈ ਜਾਵੇ ਜਾਂ ਮੇਰੇ ਵਾਸਤੇ ਨਾਈ ਦਾ ਪ੍ਰਬੰਧ ਕੀਤਾ ਜਾਵੇ। ਇਹੋ ਜਿਹੀਆਂ ਗੱਲਾਂ ਉਹ ਨਾ ਕਰਦਾ। ਰਹੀ ਗੱਲ ਹੁਣ ਜਿਹੜੇ ਕੱਲ੍ਹ ਵਾਲੇ ਮਾਮਲੇ 'ਚ ਕੈਦ ਹੋਈ ਹੈ, ਤੋਂ ਪਹਿਲਾਂ ਉਹਨੂੰ 2 ਮਾਮਲਿਆਂ 'ਚ ਹੋਰ ਕੈਦ ਹੋਈ ਹੈ ਜੀ। ਮੁਕੱਦਮੇ 2 ਹੈ, ਪਰ ਪਹਿਲਾਂ ਕੈਦ ਦਾ ਉਹਨੂੰ 3 ਹੋ ਚੁੱਕੀ ਹੈ। ਸਾਧਵੀਆਂ ਨਾਲ ਜਿਹੜਾ ਹੈਗਾ ਜਬਰ ਜਨਾਹ ਕਰਨ ਦੇ ਮਾਮਲੇ ਦੇ ਵਿੱਚ ਕੇਸ ਇੱਕੋ ਹੀ ਸੀ ਜੀ, ਲੇਕਿਨ ਕਿਉਂਕਿ ਪੀੜਤਾਂ 2 ਸੀ, 2 ਕੁੜੀਆਂ ਨੇ ਗਵਾਹੀ ਦਿੱਤੀ ਸੀ ਤੇ ਇਹਦਾ ਕਰਕੇ ਉਹਨਾਂ ਦੋਨਾਂ ਕੁੜੀਆਂ ਦੇ ਕੇਸਾਂ ਨੂੰ ਅਦਾਲਤ ਨੇ ਅਲੱਗ-ਅਲੱਗ ਕਰਤਾ ਕਿ ਮੁਕੱਦਮਾ ਭਾਵੇਂ ਇੱਕੋ ਹੈ, ਸੀਬੀਆਈ ਨੇ ਇਨਵੈਸਟੀਗੇਸ਼ਨ ਕੀਤੀ ਹੈ, ਲੇਕਿਨ ਪੀੜਤਾਂ 2 ਹੈ। ਇਸ ਲਈ ਦੋਨਾਂ ਕੇਸਾਂ ਦੇ ਵਿੱਚ 10-10 ਸਾਲ ਦੀ ਕੈਦ ਕੀਤੀ ਹੈ। ਤੇ ਉਸ ਕੇਸ ਦਾ ਵਿਲੱਖਣ ਪੱਖ ਇਹ ਹੈ ਕਿ ਮਾਨਯੋਗ ਜੱਜ ਜਗਦੀਪ ਸਿੰਘ ਹੋਰੀ ਜਿਹੜੇ ਸੀਬੀਆਈ ਦੇ ਜੱਜ ਸੀ, ਉਹਨਾਂ ਨੇ ਲਿਖ ਦਿੱਤਾ ਕਿ ਪਹਿਲਾਂ ਇੱਕ ਕੈਦ ਪੂਰੀ ਹੋਊਗੀ ਤੇ ਦੂਜੀ ਫੇਰ ਚੱਲੂਗੀ। ਚਲੋ, ਫਿਰ ਆ ਗਿਆ ਪੱਤਰਕਾਰ ਰਾਮਚੰਦਰ ਛਤਰਪਤੀ ਵਾਲਾ ਕੇਸ। ਰਾਮਚੰਦਰ ਛਤਰਪਤੀ ਵਾਲੇ ਕੇਸ ਦੇ ਵਿੱਚ ਵੀ ਉਮਰ ਕੈਦ ਹੋਈ ਵੀ ਹੈ ਜੀ। ਔਰ ਉਹ ਤੋਂ ਬਾਅਦ ਆ ਗਿਆ ਰਣਜੀਤ ਸਿੰਘ ਖਾਨਪੁਰ ਕੋਲੀਆਂ ਪਿੰਡ ਦਾ ਖਾਨਪੁਰ ਕੋਲੀਆਂ ਕੁਰਕਸ਼ੇਤਰ ਹਾਂਜੀ। ਇਹਦੇ ਕਤਲ ਕੇਸ ਦੇ ਵਿੱਚ ਵੀ ਕੱਲ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਉਮਰ ਕੈਦ ਦੀ ਸਜ਼ਾ ਤੋਂ ਪਹਿਲਾਂ ਬੰਦੇ ਨੂੰ ਪੁੱਛਿਆ ਜਾਂਦਾ, ਜਦੋਂ ਗਿਲਟੀ ਕਰਾਰ ਦੇ ਦਿੰਦੀ ਅਦਾਲਤ ਕਿ ਤੂੰ ਇਸ ਮਾਮਲੇ 'ਚ ਕੁਝ ਕਹਿਣਾ ਚਾਹੁੰਦਾ ਜੀ, ਤਾਂ ਉਹਨੇ ਕੱਲ ਇੱਕ ਬੇਨਤੀ ਕੀਤੀ ਸੀ। ਉਹਨੇ ਕਿਹਾ ਜੀ ਕਿ ਜਿਹੜਾ ਇਹ ਜ਼ੁਰਮ ਹੋਇਆ ਸੀ, ਇਹ ਜੁਰਮ ਜਿਹੜਾ ਅਪਰਾਧ ਹੋਇਆ ਜਿਹੜਾ ਮੇਰੇ ਤੇ ਜਿਹਦੇ 'ਚ ਮੈਨੂੰ ਕਨਵਿਕਟ ਕੀਤਾ ਹੈ ਜੀ, ਇਹ ਬਹੁਤ ਪਹਿਲਾਂ ਹੋਇਆ ਸੀ। ਉਹ ਤੋਂ ਬਾਅਦ ਮੈਂ ਬੜੇ ਸਮਾਜ ਸੇਵਾ ਦੇ ਕੰਮ ਕੀਤੇ ਨੇ, ਖੂਨਦਾਨ ਕੈਂਪ ਲਾਏ ਹੈ, ਲੋਕਾਂ ਦੇ ਜਿਹੜੇ ਹੈਗੇ ਅੰਗਾਂ ਦਾ ਤਬਾਦਲਾ ਕੀਤਾ ਹੈ, ਬਹੁਤ ਕੁਛ ਕੀਤਾ ਜੀ। ਮੈਂ ਲੋਕਾਂ ਨੂੰ ਬੜਾ ਸੁਚੇਤ ਕੀਤਾ ਜੀ, ਜੋ ਆਵਾ ਧਮਕਾ ਤੇ ਮੈਂ ਜਿਹੜਾ ਸਾਰਾ ਕੁਛ ਕੀਤਾ ਉਹਦਾ ਕਰਕੇ ਮੇਰੇ ਨਾਲ ਨਰਮੀ ਵਰਤੀ ਜਾਵੇ। ਕਿਉਂਕਿ ਸੀਬੀਆਈ ਨੇ ਡਿਮਾਂਡ ਕੀਤੀ ਸੀ ਕਿ ਇਸ ਬੰਦੇ ਨੂੰ ਜਿਹੜੀ ਹੈਗੀ ਹੈ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਮਾਨਯੋਗ ਅਦਾਲਤ ਨੇ ਕਹਿਤਾ ਚਲੋ ਠੀਕ ਹੈ, ਕਿਉਂਕਿ ਜਿਹੜੀ ਐਵੀਡੈਂਸ ਹੈ ਇਹਦੇ 'ਚ ਡਾਇਰੈਕਟ ਐਵੀਡੈਂਸ ਨਹੀਂ ਹੈ ਜੀ, ਇਹਦੇ 'ਚ ਸਰਕਮਸਟੈਂਸ਼ੀਅਲ ਐਵੀਡੈਂਸ ਹੈ। ਇੱਥੇ ਮੈਂ ਜ਼ਿਕਰ ਕਰ ਦੇਵਾਂ ਕਿ ਅਸਲ ਦੇ ਵਿੱਚ ਰਣਜੀਤ ਸਿੰਘ ਦਾ ਪਰਿਵਾਰ ਹੈ ਜਿਹੜਾ ਉਹ ਡੇਰਾ ਮੁਖੀ ਦੇ ਬਹੁਤ ਕਰੀਬ ਸੀਗਾ। ਬਿਲਕੁਲ, ਸਾਰੀਆਂ ਇੱਕ ਗੱਲਾਂ ਭੇਜ ਸੀ। ਹਾਂ, ਸਾਰੀਆਂ ਗੱਲਾਂ ਦਾ ਭੇਜ ਸੀ। ਜਦੋਂ ਰਣਜੀਤ ਸਿੰਘ ਦੇ ਪਰਿਵਾਰ ਨੇ ਆਪਣਾ ਮਕਾਨ ਪਾਇਆ ਤੇ ਉਸ ਮਕਾਨ ਦੀ ਜਦੋਂ ਉਸਾਰੀ ਹੋ ਰਹੀ ਸੀ, ਡੇਰਾ ਮੁਖੀ ਵੀ ਉਹਨਾਂ ਦੇ ਘਰ ਆਇਆ ਸੀ ਜੀ। ਉਦੋਂ ਡੇਰਾ ਮੁਖੀ ਨੇ ਕਿਹਾ ਸੀ ਕਿ ਮੇਰੇ ਰਹਿਣ ਵਾਸਤੇ ਵੀ ਇੱਥੇ ਇੰਤਜ਼ਾਮ ਕਰ ਦਿਓ। ਔਰ ਉਹਨਾਂ ਨੇ ਆਪਣੇ ਮਕਾਨ ਦੇ ਉੱਤੇ ਇੱਕ ਕਮਰਾ ਜਾਂ ਇੱਕ ਚੁਬਾਰਾ ਇਹਦੇ ਵਾਸਤੇ ਵੀ ਬਣਾਇਆ ਸੀ ਤੇ ਉਹਨਾਂ ਦੇ ਵਿੱਚ ਭਗਤੀ ਇਸ ਹੱਦ ਤੱਕ ਸੀ ਕਿ ਉਸ ਕਮਰੇ ਦੇ ਵਿੱਚ ਕਿਸੇ ਬੰਦੇ ਨੂੰ ਜਾਣ ਤੱਕ ਨਹੀਂ ਸੀ ਦਿੱਤਾ ਜਾਂਦਾ ਜੀ, ਕਿ ਇਹ ਤਾਂ ਪਿਤਾ ਜੀ ਦਾ, ਇਹ ਤਾਂ ਪ੍ਰਭੂ ਦਾ ਜਿਹੜਾ ਹੈਗਾ ਕਮਰਾ ਹੈ। ਬਿਲਕੁਲ, ਜਦੋਂ ਕਿਸੇ ਬੰਦੇ ਦੀ ਇੰਨੀ ਨੇੜਤਾ ਹੋਵੇ ਔਰ ਉੱਥੇ ਫਿਰ ਜਿਹੜੀ ਹੈਗੀ ਛੇਤੀ ਕੀਤੇ ਸ਼ੱਕ ਨਹੀਂ ਜਾਂਦਾ, ਕਿਉਂਕਿ ਰਣਜੀਤ ਸਿੰਘ ਦਾ ਜਦੋਂ ਕਤਲ ਹੋਇਆ ਜੀ, ਰਣਜੀਤ ਸਿੰਘ ਨੂੰ ਜਿਹਨਾਂ ਬੰਦਿਆਂ ਨੇ ਕਤਲ ਕੀਤਾ, ਉਹ ਪਹਿਲੀ ਜਿਹੜੀ FIR ਦਰਜ ਹੋਈ ਹੈ ਨਾ, ਉਹ ਬਾਈ ਨੇਮ ਨਹੀਂ ਹੋਈ। ਅੱਛਾ ਜੀ। ਪਹਿਲੀ FIR ਜਿਹੜੀ ਹੈਗੀ ਉਹ ਅਣਪਛਾਤਿਆਂ ਦੇ ਨਾਂ ਹੋਈ ਸੀ
ਕਿਉਂਕਿ ਉਦੋਂ ਤੱਕ ਰਣਜੀਤ ਸਿੰਘ ਦੇ ਬਾਪ ਵੱਲੋਂ FIR ਸੀ, ਰਣਜੀਤ ਸਿੰਘ ਦੇ ਬਾਪ ਨੂੰ ਨਹੀਂ ਸੀ ਪਤਾ ਜੀ ਕਿ ਮੇਰੇ ਬੇਟੇ ਦਾ ਕਤਲ ਕਿਉਂ ਹੋਇਆ। ਮੈਂ ਰਣਜੀਤ ਸਿੰਘ ਦੀ ਭੈਣ ਜੀ ਨੇ ਆਪਣੀ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਗਵਾਹੀ ਦਿੱਤੀ ਹੈ, ਉਹਦੀ ਮੈਂ ਕੱਲ ਇੱਕ ਜਿਹੜੀ ਹੈਗੀ ਹੈ ਦਾਸਤਾਂ ਪੜ੍ਹੀ ਸੀ, ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਦਾਸਤਾਂ ਆਈ ਸੀ, ਉਹਨੇ ਆਪਣੀ ਦੱਸੀ ਸੀਗੀ, ਵੈਬਸਾਈਟ ਤੇ ਪੜ੍ਹੀ ਸੀ ਮੈਂ, ਛਪੀ ਤਾਂ ਉਹ ਅੱਜ ਹੋਣੀ ਹੈ। ਉਹ ਲੜਕੀ ਨੇ ਦੱਸਿਆ ਕਿ ਮੇਰੀ ਉਮਰ ਉਦੋਂ 23 ਵਰ੍ਹਿਆਂ ਦੀ ਸੀ ਸਾਰੀ 1999 ਦੀ ਗੱਲ ਹੈ। ਮੈਨੂੰ ਉੱਥੇ ਹੀ ਮਤਲਬ ਜਿਹੜਾ ਹੈਗਾ ਸਾਧਵੀ ਵੀ ਬਣਾ ਲਿਆ, ਔਰ ਨਾਲ ਮੈਨੂੰ ਜਿਹੜੀ ਹੈ ਸੇਵਾ ਬਖਸ਼ਦੀ ਸੀ ਕਿ ਤੂੰ ਬੱਚਿਆਂ ਨੂੰ ਪੜ੍ਹਾਉਣਾ। 23 ਸਾਲ ਮੇਰੀ ਉਮਰ ਸੀ ਤੇ 1999 ਦੇ ਵਿੱਚ ਹੀ ਕਹਿੰਦੀ ਵੀ ਇੱਕ ਦਿਨ ਮੈਨੂੰ ਸ਼ਾਮ ਨੂੰ ਸੁਨੇਹਾ ਮਿਲਿਆ ਕਿ ਗੁਰੂ ਜੀ ਦੀ ਗੁਫਾ 'ਚ ਜਾਣਾ ਹੈ। ਅੱਛਾ ਜੀ। ਗੁਫਾ ਨਾ ਹੀ ਗੁਫਾ ਹੈ, ਬਸ ਬਹੁਤ ਵੱਡਾ ਮਹਿਲ ਹੈ ਕਿ ਗੁਫਾ ਦੇ ਵਿੱਚ ਜਾਣਾ, ਬਸ ਉਹਦਾ ਜਿਹੜਾ ਵਿੱਚ ਵੜਨ ਦਾ ਰਸਤਾ ਨਾ ਗੁਫੇ ਵਾਂਗੂ ਹੀ ਆ ਬਸ, ਕਿ ਉੱਥੇ ਤੇਰੇ ਨਾਲ ਕੁਝ ਗੱਲਾਂ ਕਰਨੀਆਂ। ਕਹਿੰਦੀ ਜਦੋਂ ਮੈਂ ਗਈ ਔਰ ਜਦੋਂ ਮੇਰੇ ਤੇ ਉਹਦੀ ਇਹ ਕਿਹਾ ਪਿਉਰੀਫਿਕੇਸ਼ਨ, ਜੀ ਪਿਉਰੀਫਿਕੇਸ਼ਨ ਸ਼ਬਦ ਵਰਤਿਆ ਗਿਆ, ਪਿਉਰੀਫਿਕੇਸ਼ਨ, ਸ਼ੁੱਧੀਕਰਨ ਕਰਨਾ। ਸ਼ੁੱਧੀਕਰਨ ਦੇ ਨਾਂ ਥੱਲੇ ਕਹਿੰਦੀ ਜਦੋਂ ਮੇਰੇ ਤੇ ਉਹ ਝਪਟਿਆ ਜੀ, ਮੈਂ ਵਿਰੋਧ ਕੀਤਾ, ਲੇਕਿਨ ਉਹਨੇ ਮੇਰੇ ਵਿਰੋਧ ਨੂੰ ਦਰਗੁਜ਼ਰ ਕਰਦਿਆਂ ਮੇਰੇ ਨਾਲ ਜ਼ਬਰਦਸਤੀ ਜਿਹੜਾ ਹੈਗਾ ਸੰਬੰਧ ਬਣਾਏ, ਰੇਪ ਕੀਤਾ। ਉਹ ਤੋਂ ਬਾਅਦ ਮੈਨੂੰ ਤੋਰਤਾ। ਇਹ ਕਹਿੰਦੀ ਮੇਰੇ ਨਾਲ ਨਹੀਂ ਹੋਇਆ, ਬਹੁਤ ਸਾਰੀਆਂ ਕੁੜੀਆਂ ਹੋਰਾਂ ਦੇ ਨਾਲ ਵੀ ਹੁੰਦਾ ਸੀ। ਉਹ ਕੁੜੀਆਂ ਜਦੋਂ ਆਪਣੇ ਮਾਪਿਆਂ ਨੂੰ ਦੱਸਦੀਆਂ ਸੀ ਕਿ ਸਾਡੇ ਨਾਲ ਇਹ ਕੁਛ ਹੁੰਦਾ, ਤੇ ਮਾਪੇ ਕਦੇ ਉਹਨਾਂ ਤੇ ਇਤਬਾਰ ਨਹੀਂ ਕਰਦੇ ਸੀ। ਉਹ ਕਹਿੰਦੇ ਸੀ ਇਹ ਗੱਲ ਕਰ ਹੀ ਨਹੀਂ ਸਕਦਾ, ਇਹਦਾ ਪਿਤਾ ਜੀ ਹੈ, ਇਹ ਤਾਂ ਰੱਬ ਹੈ। ਫਿਰ ਉਹ ਕਹਿੰਦੀ ਹੈ ਵੀ 1999 ਤੋਂ ਬਾਅਦ ਫਿਰ 2000 ਦੇ ਵਿੱਚ ਇਹ ਇਨਸੀਡੈਂਟ ਵਾਪਰੀ ਜੀ। 2000 ਦੇ ਵਿੱਚ ਦੁਬਾਰਾ ਫਿਰ ਉਹਨੇ ਮੈਨੂੰ ਆਪਦੀ ਹਬਸ ਦਾ ਸ਼ਿਕਾਰ ਬਣਾਇਆ, ਬਿਲਕੁਲ ਉਸੇ ਤਰ੍ਹਾਂ। ਤੀਜੀ ਵਾਰੀ ਜਦੋਂ ਬੁਲਾਇਆ ਤੇ ਤੀਜੀ ਵਾਰੀ ਉਹ ਕਹਿੰਦੀ ਮੈਂ ਜਾਣ ਤੋਂ ਇਨਕਾਰ ਕਰਤਾ। ਮੈਂ ਉਹਦਾ ਪ੍ਰੋਟੈਸਟ ਕੀਤਾ, ਰਿਵੋਲਟ ਕੀਤਾ ਕਿ ਮੈਂ ਨਹੀਂ ਜਾਊਂਗੀ। ਉਹਦਾ ਰਿਵੋਲਟ ਕਰਨ ਦਾ ਨਤੀਜਾ ਹੋਇਆ ਕਿ ਮੈਂ ਨਾ ਗਈ। ਤੇ ਬਾਅਦ ਦੇ ਵਿੱਚ ਕਹਿੰਦੀ ਵੀ ਭਰਾ, ਕਿਉਂਕਿ ਡੇਲੀ ਉੱਥੇ ਅਪ ਡਾਊਨ ਕਰਦਾ ਸੀ, ਆਉਂਦਾ ਜਾਂਦਾ ਰਹਿੰਦਾ ਸੀ, ਉਹ ਡੇਰੇ ਦੀ ਮੈਨੇਜਮੈਂਟ ਨਾਲ ਵੀ ਮੈਨੇਜਮੈਂਟ ਦੇ ਵਿੱਚ ਸੀ, ਬੜਾ ਅਹਿਮ ਰੋਲ ਸੀ। ਹਾਂ, ਰਣਜੀਤ ਸਿੰਘ ਦਾ। ਉਹ ਕਹਿੰਦੀ ਮੈਂ ਬਹੁਤ ਆਪਣਾ ਜਿਹੜਾ ਦਿਲ ਕਰੜਾ ਕਰਕੇ ਆਪਦੇ ਭਰਾ ਨੂੰ ਦੱਸਿਆ ਕਿ ਵੀਰ ਮੇਰੇ ਨਾਲ ਤਾਂ ਆਹ ਕੁਛ ਹੋਇਆ, ਦੋ ਵਾਰੀ ਮੇਰੀ ਇੱਜ਼ਤ ਨਾਲ ਖਿਲਵਾੜ ਕੀਤਾ ਗਿਆ, ਤੀਜੀ ਕੋਸ਼ਿਸ਼ ਕੀਤੀ ਸੀ ਤੇ ਮੈਂ ਨਹੀਂ ਰਹਿਣਾ ਚਾਹੁੰਦੀ। ਉਹਦੇ ਬੱਚੇ ਵੀ ਜਿਹੜੇ ਹੈਗੇ ਰਣਜੀਤ ਸਿੰਘ ਦੇ ਉੱਥੇ ਪੜ੍ਹਦੇ ਸੀ ਜੀ। ਉਹਨੇ ਨਾਲ ਦੀ ਨਾਲ ਹੀ ਆਪਦੀ ਭੈਣ ਨੂੰ ਚੁੱਕਿਆ ਤੇ ਆਪਣੇ ਬੱਚਿਆਂ ਨੂੰ ਚੁੱਕਿਆ ਤੇ ਉਹ ਘਰ ਲੈ ਗਿਆ। ਘਰ ਲਿਜਾਣ ਤੋਂ ਬਾਅਦ ਜਿਹੜਾ ਹੁਣ ਇਹ ਜਿਹੜੀ ਗੱਲ ਹੈ, ਇਹ ਗੱਲ ਦਾ ਪਤਾ ਸਿਰਫ ਜਾਂ ਤਾਂ ਰਣਜੀਤ ਸਿੰਘ ਨੂੰ ਜਾਂ ਉਹਦੀ ਭੈਣ ਨੂੰ ਪਤਾ। ਇਸੇ ਅਰਸੇ ਦੌਰਾਨ ਉਹਨੂੰ ਜਿਹੜੀਆਂ ਹੈਗੀਆਂ ਧਮਕੀਆਂ ਆਉਂਦੀਆਂ ਰਹੀਆਂ। ਫਿਰ ਉਹ ਕੁੜੀ ਕਹਿੰਦੀ ਹੈ ਕਿ ਉਹ ਤੋਂ ਬਾਅਦ ਮੇਰੀ ਸ਼ਾਦੀ ਕਰਤੀ। ਅੱਛਾ ਜੀ। ਮੇਰੀ ਸ਼ਾਦੀ ਕਰਤੀ, ਮੈਂ ਆਪਣੇ ਸਹੁਰੇ ਘਰ ਚਲੀ ਗਈ। ਫਿਰ ਵੀ ਨਹੀਂ, ਮਰਨ ਤੋਂ 9 ਦਿਨ ਪਹਿਲਾਂ ਰਣਜੀਤ ਸਿੰਘ ਕਹਿੰਦੀ ਮੇਰੇ ਕੋਲੇ ਆਇਆ। ਮੇਰੇ ਘਰ ਆ ਕੇ ਉਹਨੇ ਮੈਨੂੰ ਦੱਸਿਆ ਵੀ ਭੈਣੇ ਮੈਨੂੰ ਲਗਾਤਾਰ ਧਮਕੀਆਂ ਆ ਰਹੀਆਂ, ਇਹ ਕਿਹਾ ਜਾ ਰਿਹਾ ਕਿ ਤੂੰ ਮਾਫੀ ਮੰਗ। ਕਹਿੰਦਾ ਮੈਂ ਮਾਫੀ ਨਹੀਂ ਮੰਗਣਾ ਚਾਹੁੰਦਾ। ਅੱਜ ਮੈਨੂੰ ਆਪਣੇ ਇੱਕ ਲਿਸਨਰ ਹੈ, ਉਹਨਾਂ ਦਾ ਫੋਨ ਆਇਆ ਜੀ। ਉਹਨਾਂ ਨੇ ਕਿਸੇ ਕਿਤਾਬ ਦਾ ਜ਼ਿਕਰ ਕੀਤਾ, ਮਿੱਤਰ ਸੈਨ ਹੈ ਕੋਈ ਬਰਨਾਲੇ ਤੋਂ, ਕਹਿੰਦੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਜੀ। ਉਸ ਕਿਤਾਬ ਦੇ ਵਿੱਚ ਕਹਿੰਦੇ ਹਵਾਲਾ ਦਿੱਤਾ ਕਿ ਰਣਜੀਤ ਸਿੰਘ ਮਾਫੀ ਮੰਗਣ ਚਲਾ ਵੀ ਗਿਆ ਸੀ, ਲੇਕਿਨ ਸਾਧ ਨੇ ਮਾਫ ਨਹੀਂ ਕੀਤਾ। ਖੈਰ ਚਲੋ, ਉਹ ਗੱਲ ਆਪਣੀ ਥਾਂ ਤੇ। ਜਦੋਂ ਉਹ ਕਹਿੰਦੀ ਉਹਨੇ ਮੈਨੂੰ ਦੱਸਿਆ ਕਿ ਵੀਰ ਭੈਣ ਮੇਰੇ ਨਾਲ ਆਹ ਗੱਲ ਹੋਣੀ ਹੈ, ਕਹਿੰਦੀ ਮੈਂ ਕਿਹਾ ਕੁਛ ਦਾ ਪ੍ਰਬੰਧ ਕਰ। ਫਿਰ ਦਾਨੇ ਵਾਲੀਆ ਸਾਹਿਬ ਉਹਨੇ ਆਪਣੀ ਜਿਹੜੀ ਹੈਗੀ ਹੈ ਇੰਸ਼ੋਰੈਂਸ ਕਰਵਾਈ ਹੈ। ਅੱਛਾ ਜੀ। ਰਣਜੀਤ ਨੇ 5 ਲੱਖ ਰੁਪਏ ਦੀ ਇੰਸ਼ੋਰੈਂਸ ਕਰਾਈ ਹੈ। ਇਹ ਵੀ ਐਵੀਡੈਂਸ ਦਾ ਹਿੱਸਾ ਬਣੀ ਹੈ ਕਿ ਉਸ ਬੰਦੇ ਨੂੰ ਇੰਸ਼ੋਰੈਂਸ ਕਰਾਉਣ ਦੀ ਲੋੜ ਕੀ ਪੈ ਗਈ। ਜਦੋਂ ਮਰਡਰ ਹੋ ਗਿਆ ਤੇ ਮਰਡਰ ਹੋਣ ਤੋਂ ਬਾਅਦ ਫਿਰ ਭੈਣ ਨੇ ਜਿਹੜੀ ਹੈਗੀ ਹੈ ਆਪਣੇ ਬਾਪ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਪਿਤਾ ਸ਼੍ਰੀ ਜਿਹੜਾ ਮਰਡਰ ਹੋਇਆ ਮੇਰੇ ਭਰਾ ਦਾ, ਇਹ ਅਣਪਛਾਤਿਆਂ ਨੇ ਨਹੀਂ ਕੀਤਾ, ਇਹਦੇ ਪਿੱਛੇ ਤਾਂ ਸਾਜ਼ਿਸ਼ ਡੇਰੇ ਦੀ ਹੈ, ਡੇਰਾ ਮੁਖੀ ਦੀ ਹੈ, ਔਰ ਡੇਰਾ ਮੁਖੀ ਨੇ ਸਾਰਾ ਪ੍ਰਬੰਧ ਕੀਤਾ, ਇਹ ਤਾਂ ਉਹਦੇ ਤੇ ਹੈ। ਉਹਨੇ ਫਿਰ ਦੱਸੀ ਕਿ ਮੇਰੇ ਨਾਲ ਆਹ ਕੁਛ ਹੋਇਆ ਸੀ। ਬਾਪ ਨੂੰ ਉਦੋਂ ਤੱਕ ਨਹੀਂ ਪਤਾ ਸੀ ਜੀ। ਫਿਰ ਬਾਪ ਨੇ ਕਿਹਾ ਕੁੜੀਏ ਤੂੰ ਆਪਣੇ ਪਤੀ ਨਾਲ ਇਹ ਗੱਲ ਸਾਂਝੀ ਕੀਤੀ ਹੈ? ਉਹ ਕਹਿੰਦੀ ਜੀ ਨਹੀਂ ਕੀਤੀ। ਬਾਪ ਨੇ ਕਿਹਾ ਕਿ ਪਹਿਲਾਂ ਤੂੰ ਆਪਦੇ ਪਤੀ ਨੂੰ ਕੌਨਫੀਡੈਂਸ ਲੈ। ਫਿਰ ਉਹ ਆਪਣੇ ਪਤੀ ਕੋਲੇ ਆਈ, ਉਹਨੇ ਆਪਣੇ ਪਤੀ ਨੂੰ ਆ ਕੇ ਦੱਸਿਆ ਕਿ ਸਰਦਾਰਾ ਮੇਰੇ ਨਾਲ ਆਹ ਕੁਛ ਹੋਇਆ, ਮੈਂ ਇਹਦੇ ਤੇ ਕੀ ਕਰਾਂ। ਭਲਾ ਬੰਦਾ ਸੀ ਉਹ। ਉਹਨੇ ਕਿਹਾ ਕੋਈ ਗੱਲ ਨਹੀਂ, ਤੇਰੀ ਇੱਛਾ ਦੇ ਉਲਟ ਹੋਇਆ ਜੋ ਕੁਛ ਹੋਇਆ ਤੇਰੇ ਨਾਲ। ਬੇਇਨਸਾਫੀ ਹੋਈ ਹੈ, ਤੇਰੇ ਭਰਾ ਦਾ ਕਤਲ ਹੋਇਆ, ਤੇਰੇ ਪਿਓ ਦਾ ਤੇਰੇ ਪਰਿਵਾਰ ਦਾ ਵਿਸ਼ਵਾਸ ਤੋੜਿਆ। ਇਸ ਲਈ ਤੂੰ ਆਪਣੇ ਬਾਪ ਦੇ ਨਾਲ, ਜਿਵੇਂ ਤੇਰਾ ਬਾਪ ਕਹਿੰਦਾ ਉਹਦੇ ਮੁਤਾਬਕ ਕਰਨਾ ਚਾਹੀਦਾ, ਤੈਨੂੰ ਆਪਣੇ ਬਾਪ ਦੀ ਮਦਦ ਕਰ। ਉਹ ਕਹਿੰਦੀ ਮੇਰੇ ਉਦੋਂ ਤੱਕ ਬੱਚੀ ਹੋ ਗਈ ਸੀ ਪੈਦਾ, ਛੋਟੀ ਜੀ ਬੱਚੀ ਸੀ। ਅੱਜ ਉਹ ਬੱਚੀ ਜਵਾਨ ਹੈ, ਔਰ ਉਹ ਬੱਚੀ ਉਹਦੇ ਨਾਲ ਇੱਕ ਮਤਲਬ ਜਿਹੜੀ ਹੈਗੀ ਉਹਦੀ ਇੱਕ ਮਦਦਗਾਰ ਬਣ ਕੇ, ਉਹਦੀ ਇੱਕ ਸਹਾਇਕ ਬਣ ਕੇ ਉਹਦੇ ਨਾਲ ਖੜੋਤੀ ਹੈ। ਫਿਰ ਕਹਿੰਦੀ ਮੈਂ ਜਾ ਕੇ ਜਦੋਂ ਆਪਣੇ ਬਾਪ ਨੂੰ ਕਿਹਾ ਕਿ ਪਿਤਾ ਸ਼੍ਰੀ ਚਲੋ ਹੁਣੇ ਕਰੀਏ ਦਿੱਤੇ। ਫਿਰ ਦਾਨੇ ਵਾਲੀਆ ਸਾਹਿਬ ਉਹਦੇ ਪਿਤਾ ਜੀ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ 'ਚ ਕਿ ਇਸ ਮਾਮਲੇ ਦੀ ਪੜਤਾਲ ਹੈ ਜਿਹੜੀ ਉਹ CBI ਤੋਂ ਕਰਵਾਈ ਜਾਵੇ।
ਔਰ ਮਾਨਯੋਗ ਹਾਈ ਕੋਰਟ ਨੇ ਉਹਦੀ ਇਹ ਪਟੀਸ਼ਨ ਜਿਹੜੀ ਹੈ ਪ੍ਰਵਾਨ ਕਰ ਲਈ ਤੇ ਇਹ ਮਾਮਲਾ CBI ਨੂੰ ਦੇਤਾ ਸੀ। ਉਹ ਤੋਂ ਪਹਿਲਾਂ ਇਹੀ ਮਾਮਲਾ ਅਜਿਹਾ ਹੀ ਮਾਮਲਾ ਰਾਮਚੰਦਰ ਛਤਰਪਤੀ ਦਾ ਵੀ CBI ਕੋਲੇ ਚਲਾ ਗਿਆ ਸੀ। ਜੀ ਬਿਲਕੁਲ, ਕਿਉਂਕਿ ਰਾਮਚੰਦਰ ਛਤਰਪਤੀ ਦਾ ਵੀ ਕੇਸ ਰਜਿਸਟਰ ਨਹੀਂ ਕੀਤਾ ਸੀ। 28 ਦਿਨ ਤੱਕ ਉਹ ਬੰਦਾ ਲਮਕਦਾ ਰਿਹਾ ਸੀ, ਉਹਦਾ ਕੇਸ ਰਜਿਸਟਰ ਨਹੀਂ ਸੀ ਕੀਤਾ। ਉਹਦਾ ਕੇਸ ਉਹਨਾਂ ਦਿਨਾਂ 'ਚ ਉੱਥੇ ਚੁਟਾਲਿਆਂ ਦੀ ਸਰਕਾਰ ਹੁੰਦੀ ਸੀ। ਉਹਦਾ ਕੇਸ ਕਦੋਂ ਰਜਿਸਟਰ ਹੋਇਆ? ਉਹਦਾ ਕੇਸ ਉਦੋਂ ਰਜਿਸਟਰ ਹੋਇਆ ਜਦੋਂ ਹਾਲਾਤ ਚੇਂਜ ਹੋ ਗਏ ਥੋੜੇ ਜਿਹੇ। ਜੀ ਜੋਗਿੰਦਰ ਯਾਦਵ ਨਾਂ ਦਾ ਬੰਦਾ ਜਿਹੜਾ ਹੈਗਾ ਆ ਕਿਸਾਨ ਆਗੂ ਵੀ ਹੈ ਔਰ ਐਕਟਿਵਿਸਟ ਵੀ ਹੈ ਬੜਾ ਤਕੜਾ। ਜੋਗਿੰਦਰ ਯਾਦਵ ਨੇ ਆ ਕੇ ਪਹਿਲ ਕਦਮੀ ਕੀਤੀ ਸੀ ਸਰਸੇ ਦੇ ਵਿੱਚ। ਜੀ ਉਹ ਤੋਂ ਪਹਿਲਾਂ ਇੱਕ ਮੀਟਿੰਗ ਸਰਸੇ ਦੇ ਵਿੱਚ ਸਰਸੇ ਦੇ ਪੱਤਰਕਾਰਾਂ ਨੇ ਕੀਤੀ ਮੈਂ ਵਿੱਚ ਸੀਗਾ ਜੀ। ਹਾਂ, ਉਹਦੇ 'ਚ ਸਾਰੇ ਆਲੇ ਦੁਆਲੇ ਤੋਂ ਲੋਕ ਪੱਤਰਕਾਰ ਗਏ ਸੀ। ਉਹਨਾਂ ਪੱਤਰਕਾਰਾਂ ਨੇ ਪਹਿਲਾਂ ਉੱਥੇ ਮਤਲਬ ਜਿਹੜਾ ਝੰਡਾ ਚੁੱਕਿਆ। ਫਿਰ ਜੋਗਿੰਦਰ ਯਾਦਵ ਜਾਂਦਾ ਹੈ। ਜੋਗਿੰਦਰ ਯਾਦਵ ਨੇ ਜਾ ਕੇ ਫਿਰ ਸਾਰੀ ਗੱਲ ਵੇਖ ਕੇ ਉਹਨੇ ਕਿਹਾ ਕਿ ਐ ਇਨਸਾਫ ਨਹੀਂ ਮਿਲਣਾ ਜੀ, ਇਸ ਦੇ ਲਈ ਤਾਂ ਸਾਨੂੰ ਹਾਈ ਕੋਰਟ ਜਾਣਾ ਪੈਣਾ। ਔਰ ਉਹਨੇ RS ਚੀਮਾ ਜਿਹੜੇ ਬਹੁਤ ਵੱਡੇ ਵਕੀਲ ਆ ਸਾਡੇ ਫੌਜਦਾਰੀ ਦੇ ਇਸ ਖਿੱਤੇ ਦੇ, RS ਚੀਮਾ ਸਾਹਿਬ ਨੂੰ ਬੇਨਤੀ ਕੀਤੀ ਤੇ RS ਚੀਮਾ ਸਾਹਿਬ ਨੇ ਉਹਨਾਂ ਦਾ ਕੇਸ ਮੁਫਤ ਲੜਿਆ ਸੀ, ਜਿਹਦੇ ਨਾਲ ਇਹ ਮਾਮਲਾ ਚਲਾ ਗਿਆ ਸੀ CBI ਕੋਲੇ ਛਤਰਪਤੀ ਦਾ। ਦੂਜਾ ਮਾਮਲਾ ਰਣਜੀਤ ਸਿੰਘ ਵਾਲਾ ਛਤਰਪਤੀ ਕੋਲੇ ਚਲਾ ਗਿਆ। ਸੋ ਕਈ ਚੀਜ਼ਾਂ ਇਹੋ ਜਿਹੀਆਂ ਜਿਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਸੀ ਕਿ ਉੱਥੇ ਗੜਬੜ ਕਿੱਥੇ ਹੋਈ ਹੈ, ਕਿੱਥੇ ਨਹੀਂ ਹੋਈ। ਹੁਣ ਤੀਸਰੀ ਗੱਲ ਹੈ ਕਿ ਜਿਹੜੀ ਇਸ ਕੇਸ ਦੇ ਵਿੱਚ ਸਜ਼ਾ ਕਿਉਂ ਹੋਈ? ਸਜ਼ਾ ਫਿਰ ਇਸ ਕਰਕੇ ਹੋਈ ਕਿਉਂਕਿ ਜੋਗਿੰਦਰ ਸਿੰਘ ਦੇ ਬਾਪ ਸੀ ਜੀ, ਸਰਦਾਰ ਰਣਜੀਤ ਸਿੰਘ ਦੇ। ਜੋਗਿੰਦਰ ਸਿੰਘ ਆਪ ਚਸ਼ਮਦੀਦ ਗਵਾਹ ਸੀ ਕਿਉਂਕਿ ਮਾਰਨ ਵਾਲੇ ਬੰਦੇ ਤਾਂ ਉਹਦੇ ਸਾਹਮਣੇ ਸੀ। ਨਾਲ ਫਿਰ ਇੱਕ ਸੁਖਦੇਵ ਸਿੰਘ ਨਾਂ ਦਾ ਬੰਦਾ ਸੀ, ਉਹ ਗਵਾਹ ਸੀ। ਉਹ ਸਰਕਮਸਟਾਂਸਲ ਜਿਹੜੀ ਹੈ ਐਵੀਡੈਂਸ ਨਾਲ ਮਿਲਦੀ ਗਈ ਕਿਉਂਕਿ ਬੀਮਾ ਕਰਵਾਇਆ ਗਿਆ। ਜਿਹੜੀ ਹੈਗੀ ਆ ਉਹਦੀ ਭੈਣ ਦੇ ਨਾਲ ਜਿਹੜੀ ਹੈਗੀ ਹੈ ਜ਼ਬਰਦਸਤੀ ਹੋਈ ਵੀ। ਔਰ ਇੱਕ ਚਿੱਠੀ ਜਿਹੜੀ ਹੈ ਲਿਖੀ ਗਈ ਚਿੱਠੀ, ਕਿਉਂਕਿ ਜਿਹੜਾ ਕਾਰਨ ਸੀ ਰਣਜੀਤ ਸਿੰਘ ਨੂੰ ਕਤਲ ਕਿਉਂ ਕੀਤਾ ਗਿਆ? ਰਣਜੀਤ ਸਿੰਘ ਨੂੰ ਕਤਲ ਇਹ ਕੀਤਾ ਗਿਆ ਕਿ ਜਿਹੜੀ ਚਿੱਠੀ ਲਿਖੀ ਸੀ ਸਾਧਵੀਆਂ ਨੇ ਜੀ, ਉਹ ਚਿੱਠੀ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਸੀ, ਦੇਸ਼ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੇ ਨਾਂ ਸੀ। ਪ੍ਰਧਾਨ ਮੰਤਰੀ ਵਾਲੀ ਚਿੱਠੀ ਦਾ ਪਤਾ ਨਹੀਂ ਕੀ ਬਣਿਆ, ਲੇਕਿਨ ਚੀਫ ਜਸਟਿਸ ਆਫ ਇੰਡੀਆ ਨੇ ਉਹਦੇ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹਦੇ ਤੇ CBI ਦੀ ਇਨਕੁਆਇਰੀ ਲਾਤੀ ਸੀ। ਤੇ CBI ਦੇ ਦੋ ਉਸ ਵੇਲੇ ਅਫੀਸਰ ਸੀ, ਇੱਕ ਦਾ ਨਾਂ ਸੀ ਡਾਕਟਰ ਅਰਮਾਨਪਾਲ ਸਿੰਘ, ਦੂਜੇ ਦਾ ਨਾਂ ਸੀ ਸਤੀਸ਼ ਡਾਗਰ। ਉਹਨਾਂ ਨੇ ਫਿਰ ਬਹੁਤ ਜਿਹੜੀ ਹੈ ਤਨਦੇਹੀ ਦੇ ਨਾਲ ਕੰਮ ਕੀਤਾ ਤੇ ਉਹਨਾਂ ਨੇ ਉਹ ਕੇਸ ਰਜਿਸਟਰ ਕੀਤਾ ਸੀ ਕਿਉਂਕਿ ਚਿੱਠੀ ਜਿਹੜੀ ਹੈ ਜਨਤਕ ਹੋ ਗਈ ਸੀ। ਪੂਰਾ ਸੱਚ ਅਖਬਾਰ ਜਿਹੜਾ ਰਾਮਚੰਦਰ ਛਤਰਪਤੀ ਦਾ ਉਹਦੇ ਵਿੱਚ ਛਪ ਗਿਆ ਸੀ, ਜਿਹਦੇ 'ਚ ਰਾਮਚੰਦਰ ਛਤਰਪਤੀ ਦੀ ਜਾਣ ਗਈ। ਇੱਕ ਜਿਹੜਾ ਰਣਜੀਤ ਸਿੰਘ ਦੇ ਪਿੰਡ ਦਾ ਮੁੰਡਾ ਤਰਕਸ਼ੀਲ ਸੀ, ਉਸ ਤਰਕਸ਼ੀਲ ਨੇ ਵੀ ਉਹ ਚਿੱਠੀ ਜਿਹੜੀ ਹੈ ਜਨਤਕ ਕਰਤੀ ਸੀ। ਫਿਰ ਇਹ ਸਾਰੇ ਦਾ ਸਾਰਾ ਜਿਹੜਾ ਨਜ਼ਰਾ ਰਣਜੀਤ ਸਿੰਘ ਦਾ ਝੜ ਗਿਆ ਕਿ ਰਣਜੀਤ ਸਿੰਘ ਨੇ ਹੀ ਇਹ ਸਾਰਾ ਕੁਝ ਕੀਤਾ, ਇਸ ਕਰਕੇ ਰਣਜੀਤ ਸਿੰਘ ਨੂੰ ਟਾਰਗੇਟ ਕੀਤਾ ਗਿਆ। ਹੁਣ ਦਾਨੇਵਾਲੀਆ ਸਾਹਿਬ 19 ਸਾਲਾਂ ਬਾਅਦ ਇਹ ਫੈਸਲਾ ਹੈ ਜੀ। ਇਹ ਲੜਾਈ ਲੜਦਿਆਂ ਰਣਜੀਤ ਸਿੰਘ ਦਾ ਪਿਤਾ ਜਿਹੜਾ ਹੈਗਾ ਉਹ ਵੀ ਚਲਾ ਗਿਆ 2016 ਚ। ਪਰਿਵਾਰ ਇਸ ਚਾਹੁੰਦਾ ਸੀ ਕਿ ਹਾਂ ਇੱਕ ਜਿਹੜੇ ਵਿੱਚ ਪਾਤਰ ਹੋਰ ਹੈ ਜੀ, ਜਿਸ ਪਾਤਰ ਨੂੰ ਆਪਾਂ ਭੁੱਲ ਗਏ ਸਾਂ, ਉਸ ਪਾਤਰ ਦਾ ਨਾਂ ਹੈ ਖੱਟਾ ਸਿੰਘ। ਉਹਨਾਂ ਦਿਨਾਂ ਦੇ ਵਿੱਚ ਇਹਦੀ ਗੱਡੀ ਚਲਾਉਂਦਾ ਹੁੰਦਾ ਸੀ ਸਾਥ ਦੀ। ਔਰ ਉਹਨੇ ਫਿਰ ਕਿਹਾ ਕਿ ਜਿਹੜੀ ਇਹ ਸਾਰੀ ਦੀ ਸਾਰੀ ਕਨਸਪੀਰੇਸੀ ਬਣੀ ਹੈ ਡੇਰੇ 'ਚ ਬਣੀ ਸੀ ਜੀ, ਔਰ ਸਾਧ ਨੇ ਆਪ ਸਾਰਾ ਕੁਛ ਕੀਤਾ ਕਰਾਇਆ ਤੇ ਮੈਂ ਮੌਕੇ ਤੇ ਮੌਜੂਦ ਸੀ, ਮੇਰੀ ਮੌਜੂਦਗੀ ਦੇ ਵਿੱਚ ਸਾਰਾ ਕੁਛ ਲੈ ਗਿਆ ਕਿਉਂਕਿ ਐਵੀਡੈਂਸ ਸਰਕਮਸਟੈਂਸ਼ੀਅਲ ਸੀ। ਇਸ ਕਰਕੇ ਉਸ ਬੰਦੇ ਨੂੰ ਸਿੱਧੀ ਜਿਹੜੀ ਹੈਗੀ ਹੈ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ, ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਉਮਰ ਕੈਦ ਵੀ ਦੋ ਕਿਸਮ ਦੀ ਹੁੰਦੀ ਹੈ। ਇੱਕ ਉਮਰ ਕੈਦ ਹੁੰਦੀ ਹੈ ਕਿ ਤਾ ਜ਼ਿੰਦਗੀ ਬੰਦਾ ਜੇਲ੍ਹ ਦੇ ਵਿੱਚ ਰਹੂਗਾ ਜੀ। ਇੱਕ ਉਮਰ ਕੈਦ ਹੁੰਦੀ ਹੈ ਰਹਿਣਾ ਉਹਨੇ ਵੀ ਤਾ ਜ਼ਿੰਦਗੀ ਹੈ। ਪਰ ਸਟੇਟ ਗੌਰਮੈਂਟਾਂ ਦੀਆਂ ਕੁਛ ਆਪੋ ਆਪਣੀਆਂ ਪਾਲਿਸੀਜ਼ ਹੁੰਦੀਆਂ, ਕਿਸੇ ਸਟੇਟ ਦੀ ਕੋਈ ਪਾਲਿਸੀ ਹੈ, ਕਿਸੇ ਦੀ ਕੋਈ ਪਾਲਿਸੀ ਹੈ। ਮੇਰੇ ਖਿਆਲ ਮੁਤਾਬਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜੇ ਹੈ ਸਟੇਟਾਂ ਦੋਨੇ ਇਹਨਾਂ ਦੀ ਪਾਲਿਸੀ ਇੱਕੋ ਹੀ ਹੈ। ਸਾਡੀਆਂ ਸਟੇਟਾਂ ਦੋਨਾਂ ਸਾਡੇ ਦੋਨਾਂ ਸੂਬਿਆਂ ਦੇ ਵਿੱਚ 14 ਸਾਲ ਕੈਦ ਰੱਖੀ ਹੋਈ ਹੈ। ਉਮਰ ਕੈਦ ਵਾਲੇ ਨੂੰ ਜਦੋਂ 14 ਸਾਲ ਹੋ ਜਾਂਦੇ ਹੈ, ਫਿਰ ਜੇ ਉਹ ਕੈਦ ਠੀਕ ਤਰੀਕੇ ਨਾਲ ਕੱਟਦਾ ਹੈ ਤਾਂ ਉਹਦੇ ਨਾਲ ਫਿਰ ਇੰਨੀ ਕਿਰਾਇਤ ਕੀਤੀ ਜਾਂਦੀ ਹੈ ਕਿ ਚਲੋ ਜੀ ਇਹਨੂੰ ਨੇਕ ਚੱਲਣ ਕਰਕੇ, ਚੰਗਾ ਚੱਲਣ ਕਰਕੇ ਇਹਨੂੰ ਵਕਤ ਤੋਂ ਪਹਿਲਾਂ ਰਿਹਾ ਕੀਤਾ ਜਾਵੇ, ਜਿਹਨੂੰ ਅਗੇਤੀ ਰਿਹਾਈ ਕਹਿੰਦੇ। ਉਹਦੇ ਲਈ ਬਕਾਇਦਾ ਨਕਸ਼ਾ ਪਾਸ ਹੋਣਾ ਪੈਂਦਾ ਹੈ। ਲੇਕਿਨ ਇੱਥੇ ਜਿਹੜਾ ਹੈਗਾ ਸੌਖਾ ਨਹੀਂ ਕੰਮ, ਕਿਉਂਕਿ ਰਾਮ ਰਹੀਮ ਨੂੰ ਜਿਹੜੀ ਪਹਿਲੀ ਕੈਦ ਹੋਈ ਹੈ ਸਾਧਵੀਆਂ ਵਾਲੇ ਕਤਲ ਦੇ ਮਾਮਲੇ ਦੇ ਵਿੱਚ 20 ਸਾਲ ਦੀ ਕੈਦ, ਉਦੋਂ ਜਿਹੜੇ 35 40 50 ਬੰਦੇ ਮਰੇ ਹੈ ਪੰਚਕੂਲਾ ਦੇ ਵਿੱਚ, ਹਿੰਸਾ ਹੋਈ ਹੈ। ਔਰ ਰਾਮ ਰਹੀਮ ਨੂੰ ਜਿਵੇਂ ਉੱਥੇ ਜਿਹੜਾ ਹੈਗਾ ਅਦਾਲਤ 'ਚ ਪੇਸ਼ ਕਰਵਾਇਆ ਗਿਆ, ਉਹਦੇ ਵਿੱਚ ਸਾਰੀ ਦੀ ਸਾਰੀ ਦਖਲਅੰਦਾਜ਼ੀ ਹਾਈ ਕੋਰਟ ਦੀ ਸੀ ਜੀ। ਸੋ ਛੇਤੀ ਕੀਤੇ ਜਿਹੜੀ ਸਰਕਾਰ ਵਾਸਤੇ ਜਿਹੜੀ ਹੈ ਉਹਨੂੰ ਜਿਹੜੀ ਰਿਆਇਤ ਦੇਣੀ ਕੋਈ ਮੁਸ਼ਕਲ ਹੈ। ਪਰ ਫਿਰ ਵੀ ਜੇ ਆਪਾਂ ਦੇਖੀਏ ਤਾਂ ਕਿਉਂਕਿ ਇੱਕ 20 ਸਾਲ ਦੀ 10 ਸਾਲ ਦੀ ਇੱਕ ਅਲੱਗ ਕੇਸ ਹੋ ਗਈ, ਇੱਕ ਦੇ ਵਿੱਚ ਦੂਜੀ ਉਮਰ ਕੈਦ ਹੋ ਗਈ, ਹੁਣ ਇਹ ਤੀਜੀ ਉਮਰ ਕੈਦ ਹੈ ਜੀ। 4 ਸਜ਼ਾਵਾਂ ਹੋ ਗਈਆਂ, 2 ਉਮਰ ਕੈਦਾਂ ਹੋ ਗਈਆਂ
ਤੇ 2 10 ਸਾਲ 10 ਸਾਲਾਂ ਦੀ। ਇਹਦੇ ਮੁਤਾਬਕ ਮੇਰੇ ਖਿਆਲ ਨਾਲ ਜੇ ਆਪਾਂ ਮੋਟਾ ਜਿਹਾ ਹਿਸਾਬ ਕਿਤਾਬ ਲਾਈਏ ਤਾਂ ਦਾਣੇ ਵਾਲੀਆ ਸਾਹਿਬ 80 ਸਾਲ ਤੋਂ ਪਹਿਲਾਂ ਉਹ ਬਾਹਰ ਨਹੀਂ ਨਿਕਲ ਸਕਦਾ, ਬਾਹਰ ਨਹੀਂ ਨਿਕਲਦਾ। ਕਿਉਂਕਿ ਜੇ ਉਹ ਬਾਹਰ ਨਿਕਲਦਾ ਸਰਕਾਰ ਉਹਨੂੰ ਪੈਰੋਲ ਦਿੰਦੀ ਹੈ, ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਹ ਵਾਪਸ ਦੁਬਾਰਾ ਚਲਾ ਜਾਵੜੂਗਾ? ਪੰਗਾ ਹੀ ਨਹੀਂ ਲੈਣਾ ਕਿਸੇ ਸਰਕਾਰ ਨੇ, ਕਿਉਂਕਿ ਜਿਹੜਾ ਬੰਦਾ ਜਿਹੜਾ ਜਾਣ ਵਾਸਤੇ ਤਿਆਰ ਨਹੀਂ ਸੀ, ਜਦੋਂ ਪੰਚਕੂਲਾ ਕੋਰਟ ਦੇ ਵਿੱਚ ਉਹਨੂੰ ਸਜ਼ਾ ਸੁਣਾਈ ਗਈ ਹੈ, ਉਸ ਵੇਲੇ ਜਿਹੜਾ ਲਾਲ ਰੰਗ ਦਾ ਬੈਗ ਹਰਾਇਆ ਸੀ ਤੇ ਬੈਗ ਹਲਾਉਣ ਤੋਂ ਬਾਅਦ ਹਿੰਸਾ ਫੈਲ ਗਈ ਸੀ। ਫਿਰ ਆਪਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਿ ਉਸ ਬੰਦੇ ਨੂੰ ਬੜੀ ਮੁਸ਼ਕਲ ਦੇ ਨਾਲ ਆਰਮੀ ਦੇ ਕੈਂਟ 'ਚ ਲਿਆਇਆ ਗਿਆ ਸੀ ਜੀ। ਆਰਮੀ ਦੀ ਕੈਂਟ ਦੇ ਵਿੱਚੋਂ ਫਿਰ ਉਹਨੂੰ ਹੈਲੀਕਾਪਟਰ ਦੇ ਜ਼ਰੀਏ ਸੁਨਾਰੀਆ ਜੇਲ੍ਹ ਭੇਜਿਆ ਗਿਆ ਔਰ ਅਗਲੇ ਦਿਨ ਜਦੋਂ ਉਹਨੂੰ ਸਜ਼ਾ ਸੁਣਾਉਣੀ ਸੀ, ਅਗਲੇ ਦਿਨ ਦੂਜੇ ਜਾਂ ਤੀਜੇ ਦਿਨ ਮਗਰੋਂ ਸਜ਼ਾ ਜਿਹੜੀ ਹੈ, ਕਨਵਿਕਟ ਪਹਿਲਾਂ ਕਰਦਾ ਸੀ, ਸਜ਼ਾ ਬਾਅਦ ਦੇ ਵਿੱਚ ਸੁਣਾਈ। ਸਜ਼ਾ ਸੁਣਾਉਣ ਵਾਸਤੇ ਜੱਜ ਸਾਹਿਬ ਨੂੰ ਸੁਨਾਰੀਆ ਜੇਲ੍ਹ ਜਾਣਾ ਪਿਆ ਸੀ। ਉਹ ਸਜ਼ਾ ਜਿਹੜੀ ਹੈ ਪੰਚਕੂਲੇ ਦੀ ਅਦਾਲਤ 'ਚੋਂ ਨਹੀਂ ਸੁਣਾਈ ਗਈ ਸੀ, ਸਗੋਂ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਲਾਉਣੀ ਪੈ ਗਈ ਸੀ। ਸੋ ਜਦੋਂ ਇਸ ਕਿਸਮ ਦੇ ਹਾਲਾਤ ਹੋਣੇ, ਇਹਨਾਂ ਹਾਲਾਤਾਂ ਦੇ ਚੱਲਦੇ ਨਹੀਂ। ਹੁਣ ਕਈ ਲੋਕ ਇਸ ਗੱਲ ਤੇ ਕਹਿੰਦੇ ਜਿਹਨੂੰ ਫਾਂਸੀ ਹੋਣੀ ਚਾਹੀਦੀ ਸੀ, ਲੇਕਿਨ ਮੈਂ ਆਰ.ਐਸ. ਬੈਂਸ ਸਾਹਿਬ ਜੀ ਜਿਹੜੇ ਬਹੁਤ ਵੱਡੇ ਵਕੀਲ ਹੈ ਤੇ ਉਹ ਪਰਿਵਾਰ ਦੇ ਵੀ ਵਕੀਲ ਹੈ, ਆਰ.ਐਸ. ਬੈਂਸ ਸਾਹਿਬ ਦੀ ਮੈਂ ਕੱਲ ਇੱਕ ਗੱਲ ਸੁਣ ਰਿਹਾ ਸੀ ਜੀ। ਉਹਨਾਂ ਨੇ ਕਿਹਾ ਸੀ ਨਹੀਂ ਠੀਕ ਹੈ ਜਿਹੜੀ ਇਹਨੂੰ ਦਿੱਤੀ ਹੈ, ਭਾਵੇਂ ਇਹਦੀ ਗੱਲ ਮੰਨ ਲਈ ਹੈ ਕਿ ਇਹਨੂੰ ਫਾਂਸੀ ਨਹੀਂ ਦਿੱਤੀ ਗਈ, ਪਰ ਕਹਿੰਦੇ ਉਮਰ ਕੈਦ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਉਹਨਾਂ ਨੇ ਕਿਹਾ ਫਾਂਸੀ ਦਾ ਕੰਮ ਹੈ 3 ਮਿੰਟਾਂ 'ਚ 3 ਮਿੰਟਾਂ 'ਚ ਬੰਦਾ ਹਲਕੇ ਜੇ ਬਸ ਖਤਮ ਹੋ ਜਾਂਦਾ ਹੈ। ਜਿਸ ਬੰਦੇ ਨੇ ਲੋਕਾਂ ਨੂੰ ਇੰਨਾ ਠਿੱਠ ਬਰਾਨ ਕੀਤਾ, ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕੀਤਾ, ਉਹ ਜਿਹੜਾ ਨਿੱਤ ਰੰਬੇ ਫੇਰਦਾ ਮਰੇ ਨਾ, ਉਹਨੂੰ ਨਿੱਤ ਜਿਹੜੀ ਹੈਗੀ ਹੈ ਜਿਹੜੀ ਉਹਨੂੰ ਤਿਲ ਹੋ ਕੇ ਮਰਨਾ ਚਾਹੀਦਾ ਹੈ। ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਕਿਸਮ ਦੀ ਹਾਲਤ ਹੈ, ਮਾਨਸਿਕ ਤੌਰ ਤੇ ਹੱਲਿਆ ਪਿਆ। ਹੁਣ ਮਾਨਸਿਕ ਤੌਰ ਤੇ ਉਹ ਕਹਿੰਦਾ ਕਿ ਬਿੰਦਕ ਮਗਰੋਂ ਜਦੋਂ ਕੋਈ ਮੌਕਾ ਮਿਲਦਾ ਹੈ, ਮੇਰੀ ਮਾਂ ਨੂੰ ਮਿਲਾ ਦਿਓ, ਸਮਝ ਪੈਂਦੀ ਹੈ ਮਾਂ ਨੂੰ ਮਿਲਾਉਣ ਵਾਲੇ, ਹਨੀਪ੍ਰੀਤ ਨੂੰ ਮਿਲਾ ਦਿਓ, ਕਿਉਂ ਮਿਲਾ ਦਿਓ ਹਨੀਪ੍ਰੀਤ ਨੂੰ। ਦੂਜੀ ਗੱਲ ਇਹਦਾ ਸਾਮਰਾਜ ਵੀ ਡਾਵਾਡੋਲ ਹੋ ਰਿਹਾ ਹੈ। ਅੱਜ ਮੈਂ ਡੇਰੇ ਦੇ ਕੋਈ ਸੂਤਰਾਂ ਨਾਲ ਗੱਲ ਕੀਤੀ ਸੀ ਵੀ ਇੱਥੇ ਦੀ ਸਥਿਤੀ ਕੀ ਹੈ। ਉਹ ਕਹਿੰਦੇ ਪਰਿਵਾਰ ਇੱਕ ਪਾਸੇ ਹੈ ਤੇ ਜਿਹੜਾ ਹੈਗਾ ਬਾਬਾ ਹੈ ਰਾਮ ਰਹੀਮ ਕਹਿੰਦਾ ਹਨੀਪ੍ਰੀਤ ਨੂੰ ਚਾਬੀ ਫੜਾਓ, ਪਰਿਵਾਰ ਕਹਿੰਦਾ ਵੀ ਨਹੀਂ ਫੜਾਉਣਾ। ਇਸ ਕਰਕੇ ਕਾਫੀ ਜਿਹੜਾ ਹੈਗਾ ਭੰਬਲ ਭੂਸਾ ਪਿਆ ਹੋਇਆ। ਖੈਰ ਕੁੱਲ ਮਿਲਾ ਕੇ ਆਪਾਂ ਨੂੰ 3 ਜਿਹੜੇ ਹੈਗੇ ਆ ਪਰਿਵਾਰ, ਉਹਨਾਂ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ। ਇੱਕ ਪਰਿਵਾਰ ਤਾਂ ਉਹ ਹੈ ਜਿਹੜਾ ਛਤਰਪਤੀ ਦਾ ਜੀ, ਇੱਕ ਪਰਿਵਾਰ ਉਹ ਹੈ ਜਿਹੜਾ ਰਣਜੀਤ ਸਿੰਘ ਕੋਲੀਆਂ ਦਾ, ਇੱਕ ਪਰਿਵਾਰ ਉਸ ਕੁੜੀ ਦਾ ਹੈ ਜਿਹਨੇ ਰਣਜੀਤ ਸਿੰਘ ਕੋਲੀਆਂ ਦੀ ਭੈਣ ਦੇ ਨਾਲ ਜਿਹੜੀ ਹੈਗੀ ਹੈ ਗਵਾਹੀ ਦਿੱਤੀ ਸੀ। ਉਹ ਕੁੜੀ ਅਜੇ ਤੱਕ ਸਕਰੀਨ ਤੇ ਸਾਹਮਣੇ ਨਹੀਂ ਆਈ, ਪਿਕਚਰ ਤੇ ਸਾਹਮਣੇ ਨਹੀਂ ਆਈ। ਇਹਨੇ ਤਾਂ ਜਿਹੜੀ ਹੈਗੀ ਕੱਲ ਇੰਟਰਵਿਊ ਦੇ ਹੀ ਦਿੱਤੀ ਹੈ, ਰਣਜੀਤ ਸਿੰਘ ਦੀ ਭੈਣ ਨੇ ਆਪਣੀ ਗੱਲ ਕਹਿ ਦਿੱਤੀ ਹੈ ਆਪਣੇ ਦੀ। ਪਰ ਨਹੀਂ, ਇਹਨਾਂ ਤਿੰਨਾਂ ਨੂੰ ਸਲਾਮ ਕਰਦੇ ਭਾਈ ਵੀ ਇੰਨਾ ਲੰਬਾ ਸਮਾਂ ਐਡੇ ਵੱਡੇ ਬੰਦੇ ਨਾਲ ਜੀ, ਜਿਸ ਬੰਦੇ ਨੂੰ ਮੁੱਖ ਮੰਤਰੀ ਜਾ ਕੇ ਮੱਥਾ ਟੇਕਦੇ ਹੋ, ਜਿਸ ਬੰਦੇ ਦੇ ਸਾਹਮਣੇ ਸਾਰੇ ਪੰਜਾਬ ਹਰਿਆਣਾ ਦੇ ਜਿੰਨੀਆਂ ਵੀ ਪਾਰਟੀਆਂ ਦੇ ਕੈਂਡੀਡੇਟ ਹੈ ਉਹ ਨਤਮਸਤਕ ਹੁੰਦੇ ਹਨ। ਜਿੱਥੇ ਪ੍ਰਧਾਨ ਮੰਤਰੀ ਸਪੈਸ਼ਲ ਜਾ ਕੇ ਕਹਿੰਦੇ ਇੱਥੇ ਤਾਂ ਜੀ ਇੱਕ ਵੱਡੀ ਪ੍ਰਧਾਨ ਮੰਤਰੀ ਸਾਹਿਬ ਨੇ ਰੈਲੀ ਕੀਤੀ ਸੀ ਸਿਰਸੇ, ਯਾਦ ਹੈ, ਜਿਹਦੇ ਵਿੱਚ ਕਿਹਾ ਸੀ ਜਿੱਥੇ ਐਡੇ ਮਹਾਪੁਰਸ਼ ਰਹਿੰਦੇ ਆ ਉੱਥੇ ਕਿਉਂ ਨਾ ਆਇਆ ਜਾਵੇ। ਇੱਕ ਮਹਾਪੁਰਸ਼ ਹੋ ਗਿਆ, ਇੱਕ ਇਹਦੇ ਨਾਲ ਦਾ ਮਹਾਪੁਰਸ਼ ਆਸਾਰਾਮ ਉਹ ਜੈਪੁਰ ਦੀ ਜੇਲ੍ਹ ਦੇ ਵਿੱਚ ਬੈਠਾ ਹੈ। ਤੇ ਇਹਨਾਂ ਦੀ ਜਿਹੜੇ ਚਰਨ ਬੰਦਨਾ ਕਰਨ ਵਾਲੇ ਲੋਕ ਹੈ, ਚਰਨ ਬੰਦਨਾ ਕਰਨ ਵਾਲੇ ਲੋਕਾਂ ਦੇ ਵਿੱਚ ਦੇਖ ਲਓ ਤੁਸੀਂ ਕਿਹੋ ਜਿਹੇ ਲੋਕ ਖੜੇ ਸੀ ਸਾਹਮਣੇ। ਉਹ ਆਪਾਂ ਨੂੰ ਦੱਸਣ ਦੀ ਲੋੜ ਨਹੀਂ, ਸਾਡੇ ਸਰੋਤੇ ਚੰਗੀ ਤਰ੍ਹਾਂ ਜਾਣਦੇ। ਤੇ ਕੱਲ ਦਾ ਕਿਸਾਨਾਂ ਦਾ ਜਿਹੜਾ ਸੀਗਾ ਜੀ ਰੇਲ ਰੋਕੋ ਅੰਦੋਲਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਰੇਲ ਰੋਕੋ ਅੰਦੋਲਨ ਜਿਹੜਾ ਹੈਗਾ ਇੱਕ ਬੇਸਿਕ ਮੰਗ ਨੂੰ ਲੈ ਕੇ ਸੀ। ਵੈਸੇ ਤਾਂ ਕਿਸਾਨ 3 ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹੈ ਜੀ, 11 ਮਹੀਨਿਆਂ ਤੋਂ ਉਹ ਸਰਹੱਦਾਂ ਦੇ ਉੱਤੇ ਬੈਠੇ ਹੈ। ਲੇਕਿਨ ਕੱਲ੍ਹ ਵਾਲਾ ਜਿਹੜਾ ਹੈਗਾ ਬੰਦ, ਇਹ ਇੱਕ ਵੱਖਰੀ ਕਿਸਮ ਦਾ ਸੀ, ਵੱਖਰੀ ਡਿਮਾਂਡ ਨੂੰ ਲੈ ਕੇ ਸੀ ਜੀ। ਉਹ ਡਿਮਾਂਡ ਇਹ ਸੀ ਕਿ ਲਖੀਮਪੁਰ ਖੀਰੀ ਦੇ ਵਿੱਚ ਜਦੋਂ ਕਿਸਾਨਾਂ ਨੂੰ ਆਸ਼ੀਸ਼ ਮਿਸ਼ਰਾ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਦਾ ਪੁੱਤ ਹੈ ਜੀ, ਗ੍ਰਹਿ ਰਾਜ ਮੰਤਰੀ, ਉਹਨੇ ਜਿਸ ਢੰਗ ਦੇ ਨਾਲ ਆਪਣੀਆਂ ਗੱਡੀਆਂ ਦੇ ਨਾਲ ਕਿਸਾਨਾਂ ਨੂੰ ਦਰੜਿਆ ਤੇ ਕੁਚਲਿਆ, 4 ਕਿਸਾਨਾਂ ਦੀ ਮੌਤ, ਵੈਸੇ ਤਾਂ 8 ਮੌਤਾਂ ਹੋਈਆਂ ਲੇਕਿਨ 4 ਕਿਸਾਨਾਂ ਦੀ ਮੌਤ ਮੌਕੇ ਤੇ ਹੋ ਗਈ ਸੀ, ਕਿਸਾਨਾਂ ਦੀ ਹੋ ਗਈ ਸੀ, ਇੱਕ ਪੱਤਰਕਾਰ ਦੀ ਹੋ ਗਈ ਸੀ, ਔਰ 3 ਜਿਹੜੇ ਹੈਗੇ ਆ ਉਹ ਬੀਜੇਪੀ ਦੇ ਵਰਕਰ ਕਹੇ ਜਾਂਦੇ ਕਿ ਉਹ ਬੀਜੇਪੀ ਦੇ ਵਰਕਰ ਸੀ, ਸ਼ਾਇਦ ਇੱਕ ਗੱਡੀ ਦਾ ਡਰਾਈਵਰ ਸੀ, 2 ਉਹਨਾਂ ਦੇ ਨਾਲ ਸੀ। ਫਿਰ ਵੀ ਬੰਦਿਆਂ ਦੀਆਂ ਜਾਨਾਂ ਗਈਆਂ, ਕੁੱਲ 8 ਬੰਦਿਆਂ ਦੀ ਮੌਤ ਹੋਈ ਹੈ ਜੀ। ਉਸ 8 ਬੰਦਿਆਂ ਦੀ ਮੌਤ ਦੇ ਸੰਬੰਧ ਵਿੱਚ ਕਿਸਾਨ ਸੰਘਰਸ਼ ਮੋਰਚੇ ਨੇ ਇੱਕ ਅਲਟੀਮੇਟਮ ਦਿੱਤਾ ਸੀ ਭਾਰਤ ਸਰਕਾਰ ਨੂੰ ਜੀ। ਉਹਨਾਂ ਨੇ ਯੂਪੀ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਇਹ ਕਿਹਾ ਸੀ ਕਿ ਤੁਸੀਂ ਜਿਹੜੀ ਅਰਦਾਸ ਹੋਣੀ ਹੈ, ਅੰਤਮ ਅਰਦਾਸ ਹੋਣੀ ਹੈ, ਅੰਤਮ ਅਰਦਾਸ ਵੇਲੇ ਤੱਕ ਜੇ ਇਹਨੂੰ ਗ੍ਰਿਫਤਾਰ ਕਰ ਲਿਆ ਠੀਕ ਹੈ, ਜੇ ਨਹੀਂ ਗ੍ਰਿਫਤਾਰ ਕਰੋਗੇ ਤਾਂ ਫਿਰ ਅਸੀਂ ਵੱਡਾ ਅੰਦੋਲਨ ਕਰਾਂਗੇ। ਉਸ ਅੰਦੋਲਨ ਦੇ ਵਿੱਚ ਇੱਕ ਇਹ ਵੀ ਸੀ ਕਿ ਇੱਕ ਤਾਂ ਗ੍ਰਿਫਤਾਰ ਕੀਤਾ ਜਾਵੇ ਆਸ਼ੀਸ਼ ਮਿਸ਼ਰਾ ਨੂੰ, ਉਹਦੇ ਸਾਥੀਆਂ ਨੂੰ। ਦੂਜਾ ਇਹ ਸੀ ਕਿ ਜਿਹੜਾ ਆਪਣਾ ਉਹਦਾ ਬਾਪ ਅਜੇ ਮਿਸ਼ਰਾ ਜੀ, ਉਹਨੂੰ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ।
ਔਰ ਨਾਲ ਉਹਨੂੰ ਕੌਂਸਪੀਰੇਸੀ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਵੇ। ਕੌਂਸਪੀਰੇਸੀ ਕਿਉਂ? ਉਹ ਇਸ ਕਰਕੇ ਕਿ ਇਸੇ ਅਜੇ ਮਿਸ਼ਰਾ ਨੇ ਜੀ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਨੂੰ ਧਮਕੀ ਦਿੱਤੀ ਸੀ। ਇਹ ਗੱਲ ਉਹਨੇ ਕਹੀ ਸੀ ਕਿ ਸੁਧਰ ਜੋ ਜੀ ਤੇ ਨਹੀਂ ਫਿਰ ਸੁਧਾਰ ਦਿੱਤੇ ਜਾਓਗੇ। ਮੈਨੂੰ ਸੁਧਾਰਨਾ ਆਉਂਦਾ ਹੈ। ਮੇਰੀ ਤਾਕਤ 'ਚ ਆਉਣ ਤੋਂ ਪਹਿਲਾਂ ਮੇਰੀ ਪੋਜੀਸ਼ਨ ਕੀ ਹੁੰਦੀ ਸੀ, ਮੇਰਾ ਇਤਿਹਾਸ ਕੀ ਹੈ, ਇਹ ਤੁਸੀਂ ਜਾਣਦੇ ਹੋ, ਸਾਰਾ ਕੁਝ ਜਾਣਦੇ ਹੋ। ਜਿਹੜਾ ਇਹ ਕੁਝ ਉਹਨੇ ਕਿਹਾ ਸੀ, ਉਹਨੇ ਜਿਨ੍ਹਾਂ ਲੋਕਾਂ ਨੇ ਇਹ ਵਲਵਾ ਕੀਤਾ, ਜਿਨ੍ਹਾਂ ਨੇ ਇਹ ਗੁੰਡਾਗਰਦੀ ਕੀਤੀ ਹੈ, ਜਿਨ੍ਹਾਂ ਨੇ ਇਹ ਅਪਰਾਧ ਕੀਤਾ, ਇੱਕ ਕਿਸਮ ਦੀ ਉਹਨੂੰ ਇੰਸਟੀਗੇਟ ਕੀਤਾ ਸੀ। ਉਹਨੇ ਉਹਨਾਂ ਨੂੰ ਥਾਪੜਾ ਦਿੱਤਾ ਸੀ ਔਰ ਉਹ ਜਿਹੜੀ ਹੈ 120 ਦੀ ਜਦ ਵਿੱਚ ਆਉਂਦਾ ਉਹਨੂੰ ਗ੍ਰਿਫਤਾਰ ਕੀਤਾ ਜਾਵੇ। ਲੇਕਿਨ ਸਰਕਾਰ ਉਹਨੂੰ ਗ੍ਰਿਫਤਾਰ ਨਹੀਂ ਕਰ ਰਹੀ। ਸਰਕਾਰ ਤਾਂ ਉਹਨੂੰ ਇੱਕ ਕਿਸਮ ਦੀ ਜਿਹੜੀ ਹੈਗੀ ਪ੍ਰੋਟੈਕਸ਼ਨ ਦੇ ਰਹੀ ਹੈ। ਜੀ ਜਦੋਂ ਮੁੰਡਾ ਉਹਦਾ SIT ਨੇ ਗ੍ਰਿਫਤਾਰ ਕਰ ਲਿਆ, ਉਹਦੇ ਮੁੰਡੇ ਦੇ ਉੱਤੇ ਸਾਰਾ ਕੁਝ ਹੋ ਗਿਆ, ਤਾਂ ਵੈਸੇ ਹੀ ਮਤਲਬ ਲੌਜਿਕ ਇਹ ਗੱਲ ਬਣਦਾ ਕਿ ਜੇ ਪੁੱਤ ਕਤਲ ਦੇ ਕੇਸ ਦਾ ਮੁਲਜ਼ਮ ਹੋਵੇ ਔਰ ਬਾਪ ਕੇਂਦਰ ਦੇ ਵਿੱਚ ਮਹਿਕਮਾ ਪੁਲਿਸ ਦਾ ਛੋਟਾ ਵਜ਼ੀਰ ਹੋਵੇ ਜੀ, ਤੇ ਫਿਰ ਇਨਸਾਫ ਕਿਵੇਂ ਮਿਲੂਗਾ? ਬਿਲਕੁਲ ਸਿਆਣੀ ਗੱਲ। ਆਪਾਂ ਦੇਖਿਆ ਕੁਝ ਵੀ ਹੈ, ਆਪਾਂ ਦੇਖਿਆ 2 ਕੇਸ ਆ ਸਾਡੇ ਪੰਜਾਬ ਦੇ। ਇੱਕ ਕੇਸ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਚੀਫ ਮਿਨਿਸਟਰ ਬਣੇ, ਉਹਨਾਂ ਨੇ ਬਾਦਲ ਪਰਿਵਾਰ ਦੇ ਖਿਲਾਫ ਕੇਸ ਬਣਾਇਆ ਸੀ। ਬਿਲਕੁਲ ਜਿਹੜੀ ਵਿਜੀਲੈਂਸ ਨੇ ਕੇਸ ਬਣਾਇਆ ਸੀ, ਉਹੀ ਵਿਜੀਲੈਂਸ ਬਾਅਦ ਦੇ ਵਿੱਚ ਗਵਾਹ ਮੁਕਰਾਉਂਦੀ ਦੇਖੀ। ਬਿਲਕੁਲ ਉਸ ਵਿਜੀਲੈਂਸ ਨੇ ਜਿਹੜਾ ਹੈਗਾ ਗਵਾਹ ਮੁਕਰਾਤੇ ਔਰ ਅਦਾਲਤ ਨੇ ਜਦੋਂ ਬਰੀ ਕੀਤਾ ਬਾਦਲ ਪਰਿਵਾਰ ਨੂੰ ਤੇ ਨਾਲ ਟਿੱਪਣੀ ਕੀਤੀ ਸੀ ਕਿ ਜਿਹੜੇ ਗਵਾਹੀਆਂ ਤੋਂ ਮੁੱਕਰੇ ਆ ਇਹਨਾਂ ਦੇ ਖਿਲਾਫ ਵੀ ਕੇਸ ਚਲਾਇਆ ਜਾਵੇ ਜੀ। ਦੂਜਾ ਫਿਰ ਬਾਦਲ ਪਰਿਵਾਰ ਜਦੋਂ ਪਾਵਰ 'ਚ ਆਏ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ 2007 'ਚ ਆਏ ਜੀ, ਉਹਨਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੁਕੱਦਮੇ ਦਰਜ ਕਰਵਾਏ ਸੀ। 2 ਮੁਕੱਦਮੇ ਦਰਜ ਹੋਏ ਸੀ, ਇੱਕ ਸਿਟੀ ਸਕੈਮ ਲੁਧਿਆਣੇ ਵਾਲਾ, ਇੱਕ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਵਾਲਾ ਜੀ। ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਕੱਲੇ ਮੁਕੱਦਮੇ ਨਹੀਂ ਦਰਜ ਹੋਏ ਸੀ, ਨਾਲ ਜਿਹੜੀ ਹੈ ਹਰੀਸ਼ ਢਾਂਡਾ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਜੀ। ਉਸ ਕਮੇਟੀ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਫਿਰ ਪੰਜਾਬ ਵਿਧਾਨ ਸਭਾ ਚੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ MLA ਜਿਹੜਾ ਉਹ ਬਰਖਾਸਤ ਕੀਤਾ ਗਿਆ ਸੀ ਜੀ ਜੀ। ਔਰ ਉਹਦੀ ਕੈਪਟਨ ਅਮਰਿੰਦਰ ਸਿੰਘ ਦੀ ਬਹਾਲੀ ਜਾ ਕੇ ਸੁਪਰੀਮ ਕੋਰਟ ਚੋਂ ਹੁੰਦੀ ਹੈ। ਲੇਕਿਨ ਬਾਅਦ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਚੀਫ ਮਿਨਿਸਟਰ ਬਣ ਗਏ ਜੀ, ਉਹੀ ਵਿਜੀਲੈਂਸ ਅਦਾਲਤ ਦੇ ਵਿੱਚ ਇੱਕ ਕਲੋਜ਼ਰ ਰਿਪੋਰਟ ਪੇਸ਼ ਕਰਦੀ ਹੈ ਜੀ ਸਾਡੇ ਕੇਸ ਦੇ ਵਿੱਚ ਕੋਈ ਦਮ ਨਹੀਂ ਜੀ। ਉਹ ਆਪਦੇ ਚਾਅ ਨਾਲ ਨਹੀਂ ਕਰਦੀ ਸੀ, ਉਹਨੂੰ ਪਤਾ ਸੀ ਕਿ ਆਪਦੇ ਮੁੱਖ ਮੰਤਰੀ ਦੇ ਖਿਲਾਫ ਕਿਵੇਂ ਕਰਦੀ। ਹੁਣ ਜੇ 2 ਪੰਜਾਬ ਦੇ ਮੁੱਖ ਮੰਤਰੀਆਂ ਦੇ ਖਿਲਾਫ ਬਣੇ ਹੋਏ ਕੇਸ ਜਿਹੜੀ ਵਿਜੀਲੈਂਸ ਨੇ ਬਣਾਏ ਹੈ ਤੇ ਉਹੀ ਵਿਜੀਲੈਂਸ ਉਹਨਾਂ ਨੂੰ ਰੱਦ ਕਰਾਉਂਦੀ ਹੈ, ਬਿਲਕੁਲ ਬਿਲਕੁਲ, ਜਾਂ ਉਹਨਾਂ ਨੂੰ ਬਰੀ ਕਰਵਾਉਂਦੀ ਹੈ, ਤੇ ਮੰਨ ਲਓ ਜੇ ਪਿਓ ਕੇਂਦਰ ਦੇ ਵਿੱਚ ਵਜ਼ੀਰ ਹੋਵੇ, UP ਦੇ ਵਿੱਚ ਉਹਦੀ ਪਾਰਟੀ ਦੀ ਸਰਕਾਰ ਹੋਵੇ, ਤੇ ਪੁੱਤ ਨੂੰ ਸਜ਼ਾ ਕਿਵੇਂ ਮਿਲ ਜੂਗੀ? ਇਸ ਗੱਲ ਨੂੰ ਲੈ ਕੇ ਕੱਲ ਕਿਸਾਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਬੰਦ ਜਿਹੜਾ ਹੈਗਾ 6 ਘੰਟਿਆਂ ਦੇ ਲਈ ਰੇਲਾਂ ਜਿਹੜੀਆਂ ਬੰਦ ਕੀਤੀਆਂ ਸੀ। ਹੁੰਗਾਰਾ ਮਿਲਿਆ ਸਾਰੇ ਦੇਸ਼ ਦੇ ਵਿੱਚੋਂ, ਲੇਕਿਨ ਉਹਦਾ ਜ਼ਿਆਦਾ ਅਸਰ ਜਿਹੜਾ ਹੈਗਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਉੱਥੇ ਰਿਹਾ ਹੈ ਜੀ। ਔਰ ਤੁਸੀਂ ਨਾਲ ਇਹ ਦੇਖੋ ਕਿ ਇਹਦਾ ਅਸਰ ਹੈ, ਇਹਦਾ ਅਸਰ ਕਿਹਦੇ ਤੇ ਹੋਇਆ ਹੈ? ਭਾਵੇਂ ਖਬਰ ਕੱਲ ਤੁਸੀਂ ਕਹਿੰਦੇ ਹੋ ਡਿਸਕਸ ਹੋ ਗਈ ਸੀ ਜੀ। ਸਤਿਆਪਾਲ ਮਲਿਕ ਜਿਹੜਾ ਮੇਘਾਲਿਆ ਦਾ ਗਵਰਨਰ ਹੈ ਜੀ, ਉਹਨੇ ਵੀ ਕਿਹਾ ਕਿ ਤੁਸੀਂ ਕੰਧ ਤੇ ਲਿਖਿਆ ਪੜ੍ਹ ਲਓ, ਕੰਧ ਤੇ ਲਿਖਿਆ ਪੜ੍ਹ ਲਓ, ਕੰਧ ਤੇ ਲਿਖਿਆ ਪੜ੍ਹ ਲਓ, ਜਾਓਗੇ ਉੱਡ ਜਾਓਗੇ। ਜੇ ਤੁਸੀਂ ਕਿਸਾਨਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਹਾਰਨਾ ਤੈਅ ਹੈ। ਇਹਨੇ ਕੰਧ ਦੇ ਉੱਤੇ ਲਿਖਤਾ ਕਿ ਤੁਸੀਂ ਇਹ ਦੇਖ ਲਓ। ਇਹ ਉਹੀ ਸਤਿਆਪਾਲ ਮਲਿਕ ਹੈ ਜਿਸ ਸਤਿਆਪਾਲ ਮਲਿਕ ਨੂੰ ਕਸ਼ਮੀਰ ਦੇ ਵਿੱਚ ਵੀ ਭੇਜਿਆ ਗਿਆ ਸੀ ਔਰ ਕਸ਼ਮੀਰ ਦੇ ਵਿੱਚ ਇਹ ਕਿਹਾ ਸੀ ਕਿ ਧਾਰਾ 370 ਖਤਮ ਹੋਣ ਨਾਲ ਅੱਤਵਾਦ ਵੀ ਖਤਮ ਹੋ ਜਾਣਾ ਹੈ। ਤੇ ਹੁਣ ਜਿਵੇਂ ਅੱਤਵਾਦ ਤਾਂ ਤੁਸੀਂ ਦੇਖੋ ਕਿ ਇੱਕ ਨਵੀਂ ਸ਼ਕਲ ਦੇ ਵਿੱਚ ਆ ਗਿਆ, ਉੱਥੇ ਜਿਹੜੇ ਹੈਗੇ ਗੈਰ ਕਸ਼ਮੀਰੀਆਂ ਨੂੰ ਕਤਲ ਕੀਤਾ ਜਾ ਰਿਹਾ, ਇਹਦੇ ਵੱਲ ਵੀ ਉਹਨੇ ਧਿਆਨ ਖਿੱਚਿਆ ਹੋਇਆ। ਇਸ ਕਰਕੇ ਜੇ ਆਪਾਂ ਦੇਖੀਏ ਤਾਂ ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਜਿੰਨੀ ਤੇਜ਼ੀ ਦੇ ਨਾਲ ਜਾਂ ਜਿੰਨੀ ਸਿਆਣਪ ਦੇ ਨਾਲ ਇਸ ਮਸਲੇ ਨੂੰ ਨਿਪਟਾ ਲੂਗੀ ਭਾਰਤੀ ਜਨਤਾ ਪਾਰਟੀ, ਇਹਨਾਂ ਦੇ ਫਾਇਦੇ 'ਚ ਹੈ, ਨਹੀਂ ਤਾਂ ਫਿਰ ਪਛਤਾਏ ਹੋਤ ਕਿਹਾ ਜਬ ਚਿੜੀਆਂ ਚੁੱਗ ਗਈ ਖੇਤ। ਉਧਰ ਆਪਾਂ ਸਾਰੇ ਮਾਮਲੇ ਤੇ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਦਾ ਤੇ ਹਰਸਿਮਰਤ ਕੌਰ ਬਾਦਲ ਦਾ ਵੀ ਵਿਰੋਧ ਹੋਇਆ ਜੀ ਕੱਲ ਦੱਸੋ ਵੀ ਇੱਕ ਪਾਸੇ ਬੰਦ ਆ ਤੇ ਤੁਸੀਂ ਦੇਖੋ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹਨੂੰ ਅਸੀਂ ਕਾਮਨ ਸੈਂਸ ਕਹਿ ਦਿੰਦੇ ਹਾਂ, ਮੇਰਾ ਖਿਆਲ ਹੈ ਵੀ ਕਾਮਨ ਸੈਂਸ ਤੋਂ ਕੋਰੇ ਹੈ। ਮੈਂ ਡਾਕਟਰ ਬਲਕਾਰ ਸਿੰਘ ਹੋਰਾਂ ਦੀ ਇੱਕ ਗੱਲ ਸੁਣ ਰਿਹਾ ਸੀ। ਡਾਕਟਰ ਬਲਕਾਰ ਸਿੰਘ ਹੋਰਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਜੀ ਕਿ ਇਸ ਵੇਲੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਕੋਲੇ ਆਪੋ ਆਪਣਾ ਥਿੰਕ ਟੈਂਕ ਹੈ। ਉਹਨਾਂ ਦੇ ਕੋਲੇ ਥਿੰਕ ਟੈਂਕ ਹੈ, ਲੇਕਿਨ ਅਕਾਲੀ ਦਲ ਜਿਹੜਾ ਅਕਾਲੀ ਦਲ ਇੱਕ ਵਾਰੀ ਅਕਾਲੀ ਦਲ ਤੋਂ ਪੰਜਾਬੀ ਪਾਰਟੀ ਬਣ ਗਿਆ ਸੀ 95-96 'ਚ ਜੀ, ਹੁਣ ਫੇਰ ਮੋੜਾ ਕੱਟਿਆ ਤੇ ਉਹ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਕਹਿੰਦੀ ਹੈ। ਜੇ ਮੰਨ ਲਿਆ ਵੀ ਆਪਾਂ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਤਾਂ ਫਿਰ ਸਾਨੂੰ ਇਹ ਬਣੂ ਕਿ ਵੱਡੀ ਪਾਰਟੀ ਦੇ ਕੋਲੇ ਕੋਈ ਥਿੰਕ ਟੈਂਕ ਹੀ ਨਹੀਂ ਹੈ ਜੀ। ਜੇ ਥਿੰਕ ਟੈਂਕ ਉਹਨਾਂ ਦੇ ਕੋਲੇ ਸਿੱਖ ਨੁਕਤਾ ਨਿਗਾਹ ਨੂੰ ਸਮਝਣ ਵਾਲਾ ਹੋਵੇ ਤਾਂ ਉਹ ਉਹਨਾਂ ਨੂੰ ਕਦੇ ਵੀ ਇਸ ਕਿਸਮ ਦਾ ਜਿਹੜਾ ਹੈਗਾ
ਫੈਸਲਾ ਲੈਣ ਦੀ ਇਜਾਜ਼ਤ ਨਹੀਂ ਦੇ ਸਕਦਾ ਜੀ ਕਿਉਂਕਿ ਜਦੋਂ ਪਾਰਟੀਆਂ ਦੇ ਕੋਲੇ ਥਿੰਕ ਟੈਂਕ ਹੁੰਦੇ ਤੇ ਫਿਰ ਥਿੰਕ ਟੈਂਕ ਨੂੰ ਪੁੱਛਿਆ ਜਾਂਦਾ ਹੈ ਕਿ ਹੁਣ ਆਪਾਂ ਨੂੰ ਇਸ ਮਾਮਲੇ 'ਚ ਕੀ ਕਰਨਾ ਚਾਹੀਦਾ। ਜੀ ਜੀ ਤੁਸੀਂ ਜੇ ਆਪਾਂ ਦੇਖੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਹੁੰਦੇ ਸੀ, ਇਹਨਾਂ ਦੇ ਕੋਲੇ ਵੀ ਥਿੰਕ ਟੈਂਕ ਹੁੰਦਾ ਸੀ। ਜੀ ਇੱਕ ਆਲੂਵਾਲੀਆ ਹੁੰਦੇ ਸੀ ਵਾਈਸ ਚਾਂਸਲਰ, ਉਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵੀ ਵਾਈਸ ਚਾਂਸਲਰ ਸੀ, ਭਾਵੇਂ ਕਈ ਉਹਨਾਂ ਦੇ ਉੱਤੇ ਇਲਜ਼ਾਮ ਵੀ ਲੱਗਦੇ ਸੀ। ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਸੀਗੇ। ਹਰਚਰਨ ਸਿੰਘ ਬੈਂਸ ਉਹ ਵੀ ਥਿੰਕ ਟੈਂਕ, ਉਹ ਅੱਜ ਵੀ ਹੈ। ਅੱਜ ਵੀ ਨਾਲ ਹੈ। ਜਦੋਂ ਲੋੜ ਪੈਂਦੀ ਹੈ ਹਰਚਰਨ ਸਿੰਘ ਬੈਂਸ ਨੂੰ ਤਾਂ ਉਦੋਂ ਬੁਲਾਇਆ ਜਾਂਦਾ, ਨਹੀਂ ਤਾਂ ਹਰਚਰਨ ਸਿੰਘ ਬੈਂਸ ਦੀ ਸੁਖਬੀਰ ਸਿੰਘ ਬਾਦਲ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਤਾਂ ਸਲਾਹ ਹੀ ਨਹੀਂ ਲੈਂਦੇ। ਪਰ ਜਦੋਂ ਗੱਡੀ ਫਸ ਜਾਂਦੀ ਹੈ ਗਾਰ 'ਚ, ਉਦੋਂ ਫਿਰ ਕਹਿੰਦੇ ਵੀ ਹਰਚਰਨ ਸਿੰਘ ਬੈਂਸ ਨੂੰ ਵੀ ਪੁੱਛ ਲਓ, ਔਰ ਉਹ ਠੀਕ ਰਾਏ ਦਿੰਦੀ ਹੈ। ਰਾਏ ਵੀ ਸਿਆਣਾ, ਬੰਦਾ ਵੀ ਸਿਆਣਾ। ਬੰਦਾ ਸਿਆਣਾ ਹੈ, ਹਰਚਰਨ ਸਿੰਘ ਬੈਂਸ ਉਹ ਹੈ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਕਿਸੇ ਜ਼ਮਾਨੇ ਦੇ ਵਿੱਚ ਸਰਦਾਰ ਬਰਜਿੰਦਰ ਸਿੰਘ ਜਿਹੜੇ ਅਜੀਤ ਅਖਬਾਰ ਦੇ ਮੈਨੇਜਿੰਗ ਐਡੀਟਰ ਹੈ ਜੀ, ਉਹਨਾਂ ਨੂੰ ਵੀ ਮੰਨਿਆ ਜਾਂਦਾ ਸੀ ਕਿ ਉਹ ਵੀ ਇਹਨਾਂ ਦੇ ਗਾਹੇ ਬਗਾਹੇ ਅਕਾਲੀ ਦਲ ਨੂੰ ਸਲਾਹਾਂ ਦਿੰਦੇ ਹੁੰਦੇ ਸੀ। ਹੁਣ ਉਹ ਵੀ ਹੈ ਨਹੀਂ ਗੇ। ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਇਹ ਦੇਖੋ ਦਾਨੇਵਾਲੀਆ ਸਾਹਿਬ, ਪਹਿਲੀ ਗੱਲ ਤਾਂ ਤੁਸੀਂ ਤਾਂ ਇਹ ਗੱਲ ਕਰਦੇ ਹੋ ਕਿ ਕੱਲ ਜਦੋਂ ਕਿਸਾਨਾਂ ਨੇ ਬੰਦ ਕੀਤਾ ਸੀ ਤੇ ਇਹਨਾਂ ਨੂੰ ਕੰਪੇਨ ਕਰਨ ਦੀ ਲੋੜ ਕੀ ਪਈ ਸੀ। ਹਾਂ, ਕੱਲੀ ਕੰਪੇਨ ਨਾਲ ਟਿਕਟਾਂ ਅਨਾਉਂਸ ਕੀਤੀਆਂ। ਨਾ ਕੱਲੀ ਕੰਪੇਨ ਨਹੀਂ। ਕੰਪੇਨ ਇੱਕ ਤਾਂ ਹੁੰਦੀ ਹੈ ਜਾ ਕੇ ਵੀ ਆਪਾਂ ਜਾਓ ਤੇ 4 ਬੰਦਿਆਂ ਨੂੰ ਮਿਲ ਲਓ, ਜਾ ਕੇ ਉਹਨਾਂ ਨਾਲ ਆਰਾਮ ਰਵਈਆ ਕਰ ਲਓ, ਆਪਦੀ ਪਾਰਟੀ ਦੀ ਗੱਲ ਕਰ ਲਓ। ਸ਼ੋਅ ਵੀ ਕੀਤਾ। ਹਾਂ, ਮੋਟਰਸਾਈਕਲਾਂ ਨਾਲ ਜਾ ਰਹੇ ਆ ਬਿਲਕੁਲ। ਦੈਂਗੜ ਪਈ ਹੁੰਦੀ ਹੈ, ਢੋਲ ਢਮੱਕੇ ਵੱਜ ਰਹੇ ਹੈ। ਤੁਸੀਂ ਇਹ ਦੇਖੋ ਕਿ ਕਿਸਾਨ ਜਿਹੜੇ ਹੈਗੇ ਆ, ਉਹਨਾਂ ਦੇ ਜਿਹੜਾ ਹੈਗਾ ਲੀਰੋ ਹੋਏ ਪਏ ਆ ਉਹਨਾਂ ਦੇ ਸਰੀਰ, ਉਹਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਨਾ ਭੁੱਕੋ। ਜੀ ਜਦੋਂ ਤੁਸੀਂ ਨਮਕ ਭੁੱਕੋਗੇ ਤੇ ਫਿਰ ਉਦੋਂ ਕੀ ਹੋਊ। ਤੇ ਕੱਲ ਕੀ ਹੋਇਆ? ਕੱਲ ਅਬੋਹਰ ਦੇ ਵਿੱਚ ਆਪ ਮੁਹਾਰੇ ਆਏ ਆ ਕਿਸਾਨ। ਅੱਛਾ ਜੀ, ਕਿਸੇ ਨੇ ਆਰਗੇਨਾਈਜ਼ ਨਹੀਂ ਕੀਤਾ, ਨਹੀਂ ਬਰਦਾਸ਼ਤ ਹੁੰਦੀ। ਉਹਨਾਂ ਨੇ ਕਿਹਾ ਵੀ ਐਸੀ ਇਹ ਗੱਲ ਨਹੀਂ, ਉਹਨਾਂ ਨੇ ਵਿਰੋਧ ਕੀਤਾ। ਬੀਬਾ ਜੀ ਦਾ ਵੀ ਤੁਸੀਂ ਦੱਸੀ ਜਾਨੂੰ ਵੀ ਉਹਨਾਂ ਦਾ ਵੀ ਵਿਰੋਧ ਹੋਇਆ। ਪਰ ਇਹ ਤੋਂ ਪਹਿਲਾਂ ਤੁਸੀਂ ਦੇਖੀਏ ਕਿਸਾਨਾਂ ਨੂੰ ਇਤਵਾਰ ਹੀ ਨਹੀਂ ਹੈ। ਭਾਵੇਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਅਸੀਂ ਕਿਸਾਨਾਂ ਦੇ ਖੈਰ ਖੁਆਹ। ਜੀ ਕਿਸਾਨਾਂ ਨੂੰ ਇਹ ਗੱਲ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ 3 ਆਰਡੀਨੈਂਸ ਆਏ ਸੀ ਕਾਲੇ ਕਾਨੂੰਨਾਂ ਦੇ ਬਣਨ ਤੋਂ ਪਹਿਲਾਂ, ਉਹਨਾਂ ਆਰਡੀਨੈਂਸਾਂ ਦੀ ਤਾਂ ਅਕਾਲੀ ਦਲ ਵਕਾਲਤ ਕਰਦਾ ਰਹੇ। ਸਾਰਾ ਟੱਬਰੀ ਵਕਾਲਤ ਕਰਦਾ ਰਿਹਾ, ਸਾਰੇ ਸਪੋਕਸਮੈਨ ਕਰਦੇ ਰਹੇ। ਫਿਰ ਜਿਹੜਾ ਕੈਬਨਿਟ ਦੇ ਵੱਲੋਂ ਪਾਸ ਹੋਇਆ ਸੀ ਇਹ ਕਾਲੇ ਕਾਨੂੰਨ, ਜਿਹੜਾ ਕੈਬਨਿਟ ਨੇ ਖਰੜਾ ਪਾਸ ਕੀਤਾ, ਉਦੋਂ ਤਾਂ ਬੀਬੀ ਜੀ ਕੈਬਨਿਟ ਦੇ ਮੈਂਬਰ ਸੀ। ਬਿਲਕੁਲ। ਜੇ ਕੈਬਨਿਟ ਨੇ ਖਰੜਾ ਪਾਸ ਕੀਤਾ, ਹੁਣ ਉਹ ਕਹਿੰਦੇ ਜੀ ਮੈਂ ਤਾਂ ਉਹਦਾ ਵਿਰੋਧ ਕੀਤਾ ਸੀ। ਜੇ ਵਿਰੋਧ ਕੀਤਾ ਸੀ, ਤੁਹਾਡੀ ਗੱਲ ਨਹੀਂ ਮੰਨੀ ਸੀ, ਤੁਸੀਂ ਉਦੋਂ ਹੀ ਅਸਤੀਫਾ ਦੇ ਦਿੰਦੇ। ਜੀ, ਤੁਹਾਨੂੰ ਨਾਲ ਦੀ ਨਾਲ ਅਸਤੀਫਾ ਦੇਣਾ ਚਾਹੀਦਾ ਸੀ। ਤੁਹਾਨੂੰ ਜਦੋਂ ਉਹ ਪਾਰਲੀਮੈਂਟ 'ਚ ਪੇਸ਼ ਹੋ ਗਿਆ, ਤੁਸੀਂ ਅਸਤੀਫਾ ਉਦੋਂ ਦਿੱਤਾ ਹੈ। ਸੋ ਮੇਰੇ ਖਿਆਲ ਮੁਤਾਬਕ ਇਹ ਹੈ ਕਿ ਅਕਾਲੀ ਦਲ ਦਾ ਜਿਹੜਾ ਉਹਨਾਂ ਜਿਵੇਂ ਹੁੰਦੀ ਤਾਲੋਂ ਖੁੱਥੀ ਡੂਮਣੀ ਤੇ ਗਾਵੇ ਆਲ ਪਤਾਲ, ਉਹ ਆਲ ਪਤਾਲ ਗਾਉਣ ਵਾਲੀ ਨੂੰ ਪਤਾ ਨਹੀਂ ਲੱਗਦਾ। ਇਹਨਾਂ ਦੇ ਜਿਹੜੇ ਹੈ ਨਾ ਪ੍ਰਕਾਸ਼ ਸਿੰਘ ਬਾਦਲ, ਠੀਕ ਹੈ ਵੀ ਉਹਨਾਂ ਦੇ ਨਾਲ ਕਿਸੇ ਦੀ ਕੋਈ ਮਤਭੇਦ ਹੋਣ ਨਾ, ਲੇਕਿਨ ਉਹਨਾਂ ਦੇ ਵਿੱਚ ਇੱਕ ਕੁਆਲਿਟੀ ਹੈ ਜੀ। ਉਹ ਜਦੋਂ ਸਰਗਰਮ ਸਿਆਸਤ ਦੇ ਵਿੱਚ ਸੀ, ਉਹ ਆਪਣੇ ਸਾਰੇ ਸਾਥੀਆਂ ਨੂੰ ਬੁਲਾਉਂਦੇ। ਜਿਹੜੇ ਸੀਨੀਅਰ ਸਾਥੀ ਸੀ, ਮੇਰੇ ਯਾਦ ਆ ਉਹ ਸਮਾਂ ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਹੁੰਦੇ ਸੀ, ਜਥੇਦਾਰ ਜਗਦੇਵ ਸਿੰਘ ਤਲਵੰਡੀ ਹੁੰਦੇ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਹੁੰਦੇ ਸੀ। ਜੀ ਇਹਨਾਂ ਨਾਲ ਰਾਏ ਮਸ਼ਵਰਾ ਕਰਦੇ ਹੁੰਦੇ ਸੀ। ਕਈ ਵਾਰੀ ਉਹ ਉਹਨਾਂ ਨੂੰ ਜੇ ਰਾਏ ਚੰਗੀ ਨਹੀਂ ਲੱਗਦੀ ਸੀ, ਉਹ ਕਹਿੰਦੇ ਜੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ। ਗੱਲ ਭਾਵੇਂ ਉਹ ਆਪਦੀ ਮਰਜ਼ੀ ਨਾਲ ਕਰਦੇ ਸੀ, ਪਰ ਜਿੰਨੀ ਦੇਰ ਤੱਕ ਇਹ ਤਿੱਕੜੀ ਜਿਉਂਦੀ ਨਹੀਂ ਸੀ, ਉਨੀ ਦੇਰ ਤੱਕ ਉਸ ਤਿੱਕੜੀ ਦੀ ਗੱਲ ਚੱਲਦੀ ਰਹੀ। ਤੇ ਬਾਅਦ ਦੇ ਵਿੱਚ ਭਾਵੇਂ ਫੈਸਲੇ ਉਹ ਆਪ ਵੀ ਲੈਣ ਲੱਗੇ ਸੀ, ਲੇਕਿਨ ਉਹ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਦੇ ਸੀ ਤੇ ਉਹਦੇ 'ਚ ਜਿਹੜੀਆਂ ਉਹਨਾਂ ਨੂੰ ਰਾਇਆਂ ਦਿੱਤੀਆਂ ਜਾਂਦੀਆਂ ਸੀ, ਉਹ ਰਾਇਆਂ ਨੂੰ ਮੱਦੇ ਨਜ਼ਰ ਵੀ ਰੱਖਦੇ ਸੀ। ਅੱਜ ਕੱਲ੍ਹ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਕਿਹਨੇ ਦਿੱਤੀ ਕਿ ਜੀ ਜਦੋਂ ਸਾਰੇ ਕਿਸਾਨਾਂ ਨੇ ਬੰਦ ਸਾਰੇ ਹਿੰਦੁਸਤਾਨ 'ਚ ਬੰਦ ਕੀਤਾ ਹੋਇਆ ਤੇ ਤੁਸੀਂ ਉਸ ਵੇਲੇ ਕੰਪੇਨ ਤੇ ਚੜ੍ਹਦੇ, ਇੱਕ ਦਿਨ ਆਰਾਮ ਕਰ ਲਓ। ਹੋਰ ਆਪਦਾ ਲਿਖਤ ਪੜ੍ਹਤ ਵਾਲਾ ਕੰਮ ਕਰ ਲਓ। ਬਥੇਰਾ ਕੰਮ ਹੁੰਦਾ ਸਿਆਸਤਦਾਨਾਂ ਕੋਲ। ਪਰ ਸਿਆਣੇ ਕਹਿੰਦੇ ਨੇ ਸਲਾਹਕਾਰੀ ਲੈ ਬੈਂਦੇ ਆ। ਬਿਲਕੁਲ। ਤੇ ਉਧਰ ਢਿੱਲੋਂ ਸਾਹਿਬ ਬੜੀ ਚਰਚਾ ਸੀ, ਆਪਾਂ ਤਾਂ ਲਗਾਤਾਰ ਇਸ ਗੱਲ ਦੇ ਉੱਤੇ ਕਹਿ ਰਹੇ ਸੀਗੇ ਕਿ ਨਿਹੰਗ ਸਿੰਘਾਂ ਦਾ ਕਿਰਦਾਰ ਹਮੇਸ਼ਾ ਡਾਊਟਫੁਲ ਰਿਹਾ ਬੜੇ ਮਾਮਲਿਆਂ ਦੇ ਵਿੱਚ, ਸੰਤਾ ਸਿੰਘ ਤੋਂ ਲੈ ਕੇ ਪੂਲੇ ਤੱਕ। ਤੇ ਹੁਣ ਜੋ ਇਹ ਤਸਵੀਰਾਂ ਸਾਹਮਣੇ ਅੱਜ ਜੁਪਿੰਦਰ ਸਿੰਘ ਨੇ ਜੋ ਰਿਪੋਰਟ ਕੀਤੀ ਹੈ, ਬੜੀ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੇਖੋ, ਜੁਪਿੰਦਰਜੀਤ ਹੋਣੀ ਟ੍ਰਿਬਿਊਨ ਦੇ ਬੜੇ ਸੀਨੀਅਰ ਪੱਤਰਕਾਰ ਹੈ। ਔਰ ਜੁਪਿੰਦਰਜੀਤ ਹੋਣਾ ਨੇ ਵੀ ਜਦੋਂ ਵੀ ਉਹਨਾਂ ਦੀ ਕੋਈ ਖਬਰ ਛਪਦੀ ਹੈ, ਖਬਰ ਛਪਦੀ ਭਾਵੇਂ ਬੜੀ ਦੇਰੀ ਦੇ ਨਾਲ ਹੈ, ਗਾਹੇ ਬਗਾਹੇ ਉਹ ਖਬਰ ਲਿਖਦੇ, ਤੇ ਜਦੋਂ ਖਬਰ ਪ੍ਰਕਾਸ਼ਿਤ ਹੁੰਦੀ ਹੈ ਨਾ, ਉਹਦੇ ਨਾਲ ਹਲਚਲ ਜ਼ਰੂਰ ਪੈਦਾ ਹੁੰਦੀ ਹੈ। ਤੁਹਾਡੇ ਯਾਦ ਹੋਣਾ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਪਿਸਤੌਲ, ਉਹ ਮੁਕੱਦਮੇ ਦੇ ਵਿੱਚ ਕੇਸ ਪ੍ਰਾਪਰਟੀ ਸੀ। ਮੁਕੱਦਮੇ ਦਾ ਫੈਸਲਾ ਹੋਇਆ, ਉਹ ਤੋਂ ਬਾਅਦ ਉਹ ਪਿਸਤੌਲ ਕਿੱਥੇ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਸੀ। ਇਹ ਜੁਪਿੰਦਰਜੀਤ ਸਿੰਘ ਹੀ ਸੀ ਜਾਂ ਉਹਨਾਂ ਦੀ ਮਦਦਗਾਰ, ਉਹਨਾਂ ਦੀ ਧਰਮ ਪਤਨੀ ਬੀਬੀ ਕੰਚਨ ਬਾਸੂਦੇਵ ਉਹਨਾਂ ਦੇ ਨਾਲ ਸੀ। ਉਹਨੇ ਉਹਨਾਂ ਦੀ ਮਦਦ ਕੀਤੀ ਤੇ ਜੁਪਿੰਦਰਜੀਤ ਸਿੰਘ ਨੇ ਜਾ ਕੇ ਉਹ ਪਿਸਤੌਲ ਲੱਭਿਆ। ਉਹ ਪਿਸਤੌਲ ਲੱਭ ਕੇ ਫਿਰ ਉਹਨਾਂ ਨੇ ਆਪਣੇ ਅਖਬਾਰ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਕੀਤੀਆਂ। ਪਰ
ਪਿਸਤੌਲ ਕਿਵੇਂ ਗੁੰਮ ਹੋਇਆ ਤੇ ਕਿਵੇਂ ਲੱਭਿਆ, ਇਹ ਸਾਰੀ ਸਟੋਰੀ ਦੀ ਉਹਨਾਂ ਨੇ ਇੱਕ ਕਿਤਾਬ ਵੀ ਪ੍ਰਕਾਸ਼ਿਤ ਕੀਤੀ। ਜੀ ਜੀ। ਔਰ ਉਹ ਤੋਂ ਬਾਅਦ ਜਿਹੜਾ ਹੈਗਾ ਉਹ ਪਿਸਤੌਲ ਠੀਕ ਆਪਣੇ ਪ੍ਰਾਪਰ ਜਗ੍ਹਾ ਦੇ ਉੱਤੇ ਆ ਗਿਆ ਜਿੱਥੇ ਉਹਨੂੰ ਰੱਖਿਆ ਜਾਣਾ ਚਾਹੀਦਾ ਸੀ। ਹੁਣ ਜੋ ਕੁਝ ਸਿੰਘੂ ਦੇ ਬਾਰਡਰ ਤੇ ਹੋਇਆ ਬੜਾ ਦਿਲ ਹਲਾਊ ਹੋਇਆ ਸੀ ਜੀ। ਲਖਵੀਰ ਸਿੰਘ ਨਾਂ ਦਾ ਬੰਦਾ ਜਿਹੜਾ, ਉਹ ਲਖਵੀਰ ਸਿੰਘ ਬੰਦਾ ਉੱਥੇ ਪਹੁੰਚਿਆ ਕਿਵੇਂ? ਗੱਲਾਂ ਇਹ ਹੋ ਰਹੀਆਂ ਸੀ ਕਿ ਲਖਵੀਰ ਸਿੰਘ ਜੀ ਨੇ 50 ਰੁਪਏ ਆਪਦੀ ਭੈਣ ਤੋਂ ਮੰਗਵੇਂ ਲਏ, ਉਧਾਰ ਲਏ ਕਿ ਮੈਂ ਮੰਡੀ ਜਾ ਕੇ ਆਉਣਾ ਤੇ ਮੰਡੀ ਦੀ ਬਜਾਏ ਦਿੱਲੀ ਪਹੁੰਚ ਗਿਆ। ਉਹਨੂੰ ਦਿੱਲੀ ਕੌਣ ਲੈ ਕੇ ਆਇਆ? ਜ਼ਿਕਰ ਆਪਾਂ ਕੱਲ ਵੀ ਕੀਤਾ ਸੀ ਕਿ ਕੌਣ ਹੈ ਸੰਧੂ ਸਾਹਿਬ ਜੀ, ਜਿਹੜਾ ਉਹਦੇ ਨਾਲ ਟੈਲੀਫੋਨ ਤੇ ਕਰਦਾ ਸੀ। ਲੰਬੀਆਂ ਗੱਲਾਂ ਕਹਿੰਦੇ ਕਿਵੇਂ ਉਹ ਬੰਦਾ ਜਿਹੜਾ ਹੈਗਾ ਦਿੱਲੀ ਪਹੁੰਚਦਾ। ਤੇ ਦਿੱਲੀ ਪਹੁੰਚਣ ਤੋਂ ਬਾਅਦ ਫਿਰ ਜਿਹੜੀ ਹੈਗੀ ਹੈ ਉਹ ਕਹਿੰਦੇ ਜੀ ਉਹਨੇ ਬੇਅਦਬੀ ਕਰਤੀ। ਸਰਬਲੋਕ ਗ੍ਰੰਥ ਦੀ ਕਹਿੰਦੇ ਜੀ ਉਹਨੇ ਬੇਅਦਬੀ ਕਰਤੀ। ਉਹ ਕੋਸ਼ਿਸ਼ ਕੀਤੀ ਜੀ, ਕੋਸ਼ਿਸ਼ ਕੀਤੀ, ਕੁਛ ਵੀ ਕੀਤੀ, ਚਲੋ ਕਰਾ ਕੇ। ਲੇਕਿਨ ਜਿਹੜੀ ਉਹਨੂੰ ਸਜ਼ਾ ਦਿੱਤੀ ਗਈ ਹੈ ਉਸ ਸਜ਼ਾ ਨੂੰ ਕਹਿੰਦੇ ਜੀ ਖਾਲਸਾਈ ਰਵਾਇਤਾਂ ਮੁਤਾਬਕ ਸਜ਼ਾ ਦਿੱਤੀ ਗਈ ਹੈ। ਪਰ ਨਾਲ ਜਿਹੜਾ ਹੈਗਾ, ਕਿਉਂਕਿ ਹੁਣ ਜਿਹੜੇ ਦੌਰ 'ਚੋਂ ਅਸੀਂ ਨਿਕਲਦੇ ਹਾਂ, ਇੱਥੇ ਇੱਕ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਜੀ, ਇੱਕ ਵਿਧਾਨ ਹੈ, ਇੱਕ ਸੰਵਿਧਾਨ ਹੈ। ਜਦੋਂ ਤੁਸੀਂ ਉਸ ਸੰਵਿਧਾਨ ਨੂੰ ਮੰਨੋਗੇ ਤਾਂ ਉਸ ਸੰਵਿਧਾਨ ਦੇ ਕਾਨੂੰਨ ਮੁਤਾਬਕ ਵੀ ਤੁਹਾਨੂੰ ਚੱਲਣਾ ਪਏਗਾ। ਚਲੋ ਇਹਦੇ ਤੇ ਡਿਬੇਟ ਚੱਲਦੀ ਹੈ। ਕੁਛ ਕਹਿੰਦੇ ਜੀ ਨਿਹੰਗ ਸਿੰਘਾਂ ਨੇ ਬਹੁਤ ਕੀਤਾ, ਸਾਡੇ ਜੋ ਜਵਾਤੀ ਲੋਕ ਹੈ ਉਹ ਜੀ ਬੜਾ ਵਧੀਆ ਕਰਤਾ ਜੀ, ਇਹਦਾ ਨਾਲ ਦੀ ਨਾਲ ਹੀ ਬਦਲਾ ਲੈ ਲਿਆ ਜੀ, ਫਲਾਣਾ ਕਰ ਲਿਆ, ਧਮਕਾ ਕਰ ਲਿਆ। ਔਰ ਉਹ ਤੋਂ ਬਾਅਦ ਵਾਲੇ ਨਾਲ ਵੀ ਰੌਲਾ, ਚਲੋ ਅਸੀਂ ਪੈਂਦੇ ਨਹੀਂ, ਵੈਸੇ ਆਪਾਂ ਉਹਨਾਂ ਤੋਂ ਕੀ ਲੈਣਾ, ਉਹਨਾਂ ਦਾ ਪੈਦਾ ਰਵੇ। ਪਰ ਜਿਹੜੀ ਗੱਲ ਕਹੀ ਹੈ ਸਾਹਮਣੇ ਕਿ ਇਸ ਕਤਲ ਤੋਂ ਬਾਅਦ ਜਦੋਂ ਸਭ ਤੋਂ ਪਹਿਲਾਂ ਸਰਬਜੀਤ ਸਿੰਘ ਨੂੰ ਪੇਸ਼ ਕੀਤਾ ਗਿਆ, ਕਹਿੰਦੇ ਜੀ ਇਕੱਲਾ ਬੰਦਾ ਹੈ। ਬਾਅਦ ਦੇ ਵਿੱਚ ਫਿਰ ਜਦੋਂ ਥੋੜੀ ਪੁੱਛਗਿੱਛ ਗਾਂਹ ਚੱਲੀ, 2 ਬੰਦੇ ਹੋਰ ਹੋ ਗਏ ਜੀ। ਉਹ ਤੋਂ ਬਾਅਦ ਫਿਰ ਤੁਹਾਡੇ ਯਾਦ ਹੋਣਾ ਕਿ ਨਿਹੰਗ ਸਿੰਘਾਂ ਦਾ ਐਲਾਨ ਆਉਂਦਾ ਹੈ ਔਰ ਇਹੀ ਬਾਬਾ ਅਮਨ ਸਿੰਘ ਐਲਾਨ ਕਰਦਾ ਹੈ ਕਿ ਜਿੰਨੇ ਬੰਦੇ ਸੀਗੇ ਅਸੀਂ ਦੇਤੇ, ਇਦੋਂ ਬਾਅਦ ਕੋਸ਼ਿਸ਼ ਨਾ ਕਰਿਓ। ਤੇ ਨਾਲ ਅਗਲੀ ਗੱਲ ਪਤਾ ਕੀ ਕਹਿੰਦੇ, ਜੇ ਇਦੋਂ ਬਾਅਦ ਸਾਡੇ ਕਿਸੇ ਨਿਹੰਗ ਸਿੰਘ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ, ਯਾਦ ਰੱਖੋ ਫਿਰ ਜਿਹੜੇ ਫੜੇ ਹੋਏ ਅਸੀਂ ਉਹ ਵੀ ਛਡਾ ਲਿਆਵਾਂਗੇ। ਇਹ 15ਵੀਂ ਸਦੀ 'ਚ ਨਹੀਂ ਰਹਿ ਰਹੇ। ਇਹ ਯੁੱਗ ਕਿਹੜਾ ਹੈ ਕਿ ਇੰਡੀਅਨ ਸਟੇਟ ਐਡੀ ਕਮਜ਼ੋਰ ਹੋ ਗਈ ਕਿ ਤੁਹਾਨੂੰ ਉਹ ਇਜਾਜ਼ਤ ਦੇ ਦੂਗੀ। ਪਰ ਗੱਲ ਲੱਗਦੀ ਹੈ ਕਿ ਇਹ ਜੇ ਬਾਬਾ ਅਮਨ ਸਿੰਘ ਨੇ ਗੱਲ ਕਹੀ ਹੈ, ਤੂੰ ਨਹੀਂ ਬੋਲਦੀ, ਤੇ ਉਹਨੇ ਕਿਉਂ ਕਹੀ ਹੈ? ਉਹ ਗੱਲ ਅੱਜ ਜੁਪਿੰਦਰਜੀਤ ਦੀ ਰਿਪੋਰਟ ਨੇ ਸਾਬਤ ਕਰਤੀ। ਕਿਉਂਕਿ ਜੁਪਿੰਦਰਜੀਤ ਦੀ ਰਿਪੋਰਟ ਦੇ ਵਿੱਚੋਂ ਤਸਵੀਰਾਂ ਆ ਗਈਆਂ ਸਾਹਮਣੇ। ਹਾਂਜੀ, ਜਿਨ੍ਹਾਂ ਤਸਵੀਰਾਂ ਦੇ ਰਾਹੀਂ ਜਿਹੜੇ ਸਾਡੇ ਬਾਬਾ ਜੀ ਅਮਨ ਸਿੰਘ ਇਹ ਪਿਛਲੇ ਦਿਨਾਂ ਦੇ ਵਿੱਚ ਕਿਹਨੂੰ ਮਿਲਦੇ ਆ ਜੀ ਆ ਕੇ? ਇਹ ਦੇਸ਼ ਦੇ ਖੇਤੀਬਾੜੀ ਮੰਤਰੀ ਨੂੰ, ਨਾਲ ਕੌਣ ਜਾਂਦਾ? ਨਰਿੰਦਰ ਤੋਮਰ ਨੂੰ। ਔਰ ਨਰਿੰਦਰ ਤੋਮਰ ਇਹਨਾਂ ਦੇ ਗਲ ਦੇ ਵਿੱਚ ਸਰੋਪਾਲ ਸਾਹਿਬ ਪਾਉਂਦੇ ਆ। ਇਹਦੇ ਨਾਲ ਇਹ ਜਾਂਦੇ ਆ ਜੀ ਕੈਲਾਸ਼ ਚੌਧਰੀ ਜਿਹੜੇ ਸਟੇਟ ਮਿਨਿਸਟਰ ਐਗਰੀਕਲਚਰ ਦੇ, ਉਹਨਾਂ ਦੇ ਘਰੇ ਜਾ ਕੇ ਲੰਗਰ ਪਾਣੀ ਛਕਦੇ ਆ। ਔਰ ਲੰਗਰ ਪਾਣੀ ਛਕਦੇ ਆ ਤੇ ਫਿਰ ਜਿਹੜੀ ਤਸਵੀਰ ਸਾਹਮਣੇ ਖੜੀ ਆ, ਉਸ ਤਸਵੀਰ ਦੇ ਵਿੱਚ ਕੌਣ ਖੜੋਤਾ ਜੀ? ਕੈਟ। ਉਹਦੇ 'ਚ ਪਿੰਕੀ ਕੈਟ ਖੜੋਤਾ ਹੈ। ਪਿੰਕੀ ਕੈਟ ਨੂੰ ਪੁੱਛਿਆ ਗਿਆ ਜਦੋਂ ਜੁਪਿੰਦਰਜੀਤ ਨੇ, ਉਹਨਾਂ ਨੇ ਪੁੱਛਿਆ ਤੁਸੀਂ ਕਿਵੇਂ ਗਏ ਸੀ? ਉਹ ਕਹਿੰਦਾ ਮੇਰੀ ਤਾਂ ਲਿਹਾਜ਼ ਹੈ ਬਾਬਾ ਜੀ ਨਾਲ, ਕਿਉਂਕਿ ਮੈਂ ਤੇ ਬਾਬਾ ਜੀ ਪਟਿਆਲਾ ਜੇਲ੍ਹ ਦੇ ਵਿੱਚ ਇਕੱਠੇ ਰਹੇ ਸੀ। ਅੱਛਾ। ਔਰ ਦੋਨੇ ਅਸੀਂ ਕਤਲ ਦੇ ਕੇਸਾਂ 'ਚ ਸੀ। ਪਿੰਕੀ ਇਤਿਹਾਸ ਬਾਬਾ ਜੀ ਦਾ ਪਹਿਲਾਂ ਹੀ। ਹਾਂ, ਉਹਨੇ ਕਿਹਾ ਸੀ ਕਤਲ ਦੇ ਕੇਸਾਂ ਦੇ ਵਿੱਚ ਅਸੀਂ ਦੋਨੋਂ ਇਕੱਠੇ ਸੀ। ਉਹ ਕਹਿੰਦੇ ਅਸੀਂ ਉੱਥੇ ਰਹੇ ਵੇ ਆ, ਸਾਡੀ ਇਹ ਦੋਸਤੀ ਹੈ। ਕੁਛ ਲੋਕ ਇਹ ਕਹੀ ਜਾਂਦੇ ਆ ਕਿ ਦੋਸਤੀ ਬਹੁਤ ਪੱਕੀ ਹੈ, ਆੜੀ ਬਹੁਤ ਪੱਕੀ ਹੈ। ਦਾਨੇਵਾਲੀਆ ਸਾਹਿਬ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਜੀ, ਮੈਨੂੰ ਕਿਸੇ ਕਿਸਮ ਦੀ ਕੋਈ ਹਿਚਕਚਾਹਟ ਨਹੀਂ ਕਿ ਕਿਸਾਨਾਂ ਦੇ ਮੋਰਚੇ ਨੇ, ਕਿਸਾਨਾਂ ਦੇ ਅੰਦੋਲਨ ਨੇ ਭਾਰਤ ਸਰਕਾਰ ਦੀ ਨੀਂਦ ਹਰਾਮ ਕਰ ਛੱਡੀ। ਬਿਲਕੁਲ ਬਿਲਕੁਲ। ਦੁਨੀਆ ਦੇ ਇਤਿਹਾਸ ਦੇ ਵਿੱਚ ਐਡਾ ਲੰਬਾ ਅੰਦੋਲਨ ਤੇ ਪੁਰਅਮਨ ਰਿਹਾ ਹੋਵੇ, ਹਾਂਜੀ, ਇਹ ਕਦੇ ਵੀ ਨਹੀਂ ਹੋਇਆ, ਪਹਿਲੀ ਵਾਰ ਹੋਇਆ। ਲੇਕਿਨ ਹੁਣ ਅਚਨਚੇਤ ਲਖਵੀਰ ਸਿੰਘ ਨੂੰ ਬਾਹਰੋਂ ਫੋਨ ਆਉਂਦੇ, ਸੰਧੂ ਨਾਂ ਦਾ ਕੋਈ ਬੰਦਾ ਉਹਦੇ ਨਾਲ ਤਾਲਮੇਲ ਬਣਾਉਂਦਾ। ਇਹ ਉਹਦੀ ਭੈਣ ਕਹਿੰਦੀ ਐਸੀ ਨਹੀਂ ਕਹਿੰਦੇ। ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਆਗੂ ਆ, ਉਹ ਕਹਿੰਦੇ ਜੀ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਔਰ ਉਹ ਤੋਂ ਪਹਿਲਾਂ ਬਾਬਾ ਜੀ ਜਿਹੜੇ ਹੈਗੇ ਅਮਨ ਸਿੰਘ ਜੀ, ਉਹ ਖੇਤੀਬਾੜੀ ਮੰਤਰੀ ਨੂੰ ਮਿਲਦੇ ਆ, ਉਹਨਾਂ ਦੇ ਦਫ਼ਤਰ ਨਾਲ ਤਾਲਮੇਲ ਕਰਦੇ ਆ। ਜੁਪਿੰਦਰਜੀਤ ਜੀ ਉਹ ਪੁੱਛਦੇ ਆ ਜੀ ਇਹ ਬਾਬਾ ਜੀ ਇੱਥੇ ਕਿਵੇਂ ਆ ਗਏ? ਉਹ ਕਹਿੰਦੇ ਜੀ ਪਹਿਲਾਂ ਵੀ ਆਉਂਦੇ ਬਾਬਾ ਜੀ ਜਿਹੜੀ ਹੈਗੀ ਹੈ ਸਮਝੌਤਾ ਕਰਾਉਣ ਦਾ ਯਤਨ ਕਰ ਰਹੇ। ਪਰ ਕਿਤੇ ਇਹ ਤਾਂ ਕਿਤੇ ਕਾਗਜ਼ਾਂ 'ਚ ਨਹੀਂ ਹੈ। ਨਹੀਂ, ਕਾਗਜ਼ਾਂ 'ਚ ਨਹੀਂ ਆਇਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬਾਬਾ ਜੀ ਵੀ ਕਹਿੰਦੇ ਸਾਡਾ ਕਿਸਾਨਾਂ ਦੇ ਅੰਦੋਲਨ ਨਾਲ ਕੋਈ ਤਾਲੁਕਾਤ ਨਹੀਂ, ਅਸੀਂ ਤਾਂ ਇਹਨਾਂ ਦੀ ਰੱਖਿਆ ਵਾਸਤੇ ਆਏ ਹਾਂ। ਕਿਸਾਨ ਕਹਿੰਦੇ ਆ ਕਿ ਮਰਨ ਵਾਲੇ ਨਾਲ ਸਾਡਾ ਕੋਈ ਤਾਲੁਕ ਨਹੀਂ, ਮਾਰਨ ਵਾਲਿਆਂ ਨਾਲ ਸਾਡਾ ਕੋਈ ਤਾਲੁਕਾਤ ਨਹੀਂ। ਤੇ ਜਦੋਂ ਜਿਹਦੇ ਨਾਲ ਕੋਈ ਤਾਲੁਕਾਤ ਹੈ ਨਹੀਂ, ਤੁਸੀਂ ਸਮਝੌਤਾ ਕਿਵੇਂ ਕਰਾ ਦਿਓਗੇ? ਇਹਦੇ ਤੋਂ ਇਲਾਵਾ ਵੀ ਜੇ ਆਪਾਂ ਦੇਖੀਏ 26 ਜਨਵਰੀ ਵਾਲੇ ਦਿਨ, ਇਹ ਜੁਲਾਈ ਦੇ ਮਹੀਨੇ 'ਚ ਮਿਲ ਕੇ ਆਏ ਆ ਜੀ ਇਹਨਾਂ ਨੂੰ। ਅੱਛਾ। 26 ਜਨਵਰੀ ਵਾਲੇ ਦਿਨ ਜਦੋਂ ਲਾਲ ਕਿਲੇ ਦੀਆਂ ਕੁਝ ਘਟਨਾਵਾਂ ਹੋਈਆਂ, ਜਿਹੜੇ ਨਿਹੰਗ ਸਿੰਘ ਘੋੜੇ ਲੈ ਕੇ ਲਾਲ ਕਿਲੇ ਤੱਕ ਪਹੁੰਚੇ ਸੀ, ਉਹ ਵੀ ਇਹੀ ਸੀ। ਸੋ ਇਹਦੇ ਨਾਲ ਸ਼ੱਕ ਬੜੇ ਖੜੇ ਹੁੰਦੇ।
ਸਾਰੀ ਗੱਲ ਜਿਹੜੀ ਹੈ ਸ਼ੱਕ ਦੇ ਉੱਤੇ ਆ, ਉਹਨੂੰ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ। ਨਾਲੇ ਉਹ ਜਿਹੜੇ ਨਿਹੰਗ ਸਿੰਘ ਅੰਦਰ ਨੇ ਉਹਨਾਂ ਦੇ ਵਾਲ ਵੀ ਕੀ ਕਹਿੰਦੇ ਨਵੇਂ ਤਾਜ਼ੇ ਵਧਾਏ ਹੋਏ ਨੇ, ਉਹ ਵੀ ਤਸਵੀਰਾਂ ਆ ਰਹੀਆਂ। ਹਾਂ ਉਹ ਵੀ ਚਲੋ ਛੱਡੋ, ਉਸ ਨੂੰ ਆਪਾਂ ਉਹ ਤੱਕ। ਪਰ ਵੱਡੀ ਗੱਲ ਕੀ ਹੈ ਕਿ ਹੁਣ ਜਿਹੜੀ ਹੈਗੀ ਹੈ ਇਹ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਕਿ ਇਸ ਪੀਸਫੁਲ ਅੰਦੋਲਨ ਨੂੰ ਸਾਬੋਤਾਜ ਕਰਨ ਵਾਸਤੇ ਸਰਕਾਰ ਕੋਲੇ ਹੋਰ ਕੋਈ ਚਾਰਾ ਨਹੀਂ ਸੀ ਜੀ। ਸਰਕਾਰ ਨੇ ਮਤਲਬ ਜਿਹੜਾ ਹੈਗਾ ਕੁਝ ਲੋਕਾਂ ਨੂੰ ਜਿਹੜਾ ਉਹ ਇਸਤੇਮਾਲ ਕੀਤਾ। ਉਹ ਜਾਣੇ ਕਿਵੇਂ ਇਸਤੇਮਾਲ ਹੋਏ ਤਾਂ ਉਹ ਜਾਣਦੇ ਹੈ, ਲੇਕਿਨ ਸਰਕਾਰ ਇਹਦੇ ਵਿੱਚ ਕਾਮਯਾਬ ਹੋਈ ਹੈ ਕਿ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ। ਚਲੋ ਮੈਂ ਤਾਂ ਬਹੁਤ ਸ਼ੁਕਰਗੁਜ਼ਾਰ ਹਾਂ ਜੁਪਿੰਦਰਜੀਤ ਸਿੰਘ ਹੋਣਾ ਦਾ, ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕਰਤੀ ਕਿ ਘੱਟੋ ਘੱਟ ਹਕੀਕਤ ਤਾਂ ਸਾਹਮਣੇ ਆ ਗਈ। ਔਰ ਅੱਜ ਕਿਸਾਨ ਮੋਰਚੇ ਵਾਲਿਆਂ ਨੇ ਜਿਹੜਾ ਉਹਨਾਂ ਦਾ ਆਪਣਾ ਪੇਜ ਹੈ, ਉਸ ਪੇਜ ਦੇ ਉੱਤੇ ਵੀ ਇਹ ਜਿਹੜੀਆਂ ਤਸਵੀਰਾਂ ਲੋਡ ਕਰਤੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਇਹ ਜਿਹੜੀ ਹੈਗੀ ਹੈ ਝੰਡੀ ਹਲਦੀ ਕਿੱਥੋਂ ਹੈ ਹਾਲਾਤ ਨੂੰ ਖਰਾਬ ਕਰਨ ਵਾਸਤੇ। ਜੀ। ਤੇ ਉਧਰ ਡਾਕਟਰ ਨਵਜੋਤ ਕੌਰ ਸਿੱਧੂ ਧਰਮ ਪਤਨੀ ਪ੍ਰਧਾਨ ਸਾਹਿਬ ਨਵਜੋਤ ਸਿੰਘ ਸਿੱਧੂ ਨੇ ਚੰਨੀ ਦੀ ਸਰਕਾਰ ਦੀ ਸ਼ਲਾਘਾ ਕੀਤੀ। ਬਿਲਕੁਲ ਜੀ, ਇਹ ਚੰਨੀ ਦੀ ਜਿਹੜੀ ਸਰਕਾਰ ਦੀ ਸ਼ਲਾਘਾ ਕਰਨ ਦਾ ਮਾਮਲਾ ਅਸਲ ਦੇ ਵਿੱਚ ਇਹ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅਸਤੀਫਾ ਦਿੱਤਾ ਸੀ, ਆਪਾਂ ਗੱਲ ਕੱਲ੍ਹ ਵੀ ਡਿਸਕਸ ਕੀਤੀ ਸੀ ਜੀ। ਉਸ ਤੋਂ ਬਾਅਦ ਫਿਰ ਜਿਹੜੀ ਹੈ ਰਾਹੁਲ ਗਾਂਧੀ ਨਾਲ ਮੀਟਿੰਗ ਹੁੰਦੀ ਹੈ। ਰਾਹੁਲ ਗਾਂਧੀ ਨਾਲ ਮੀਟਿੰਗ ਹੋਣ ਤੋਂ ਬਾਅਦ ਉਹ ਪੰਜਾਬ 'ਚ ਆ ਜਾਂਦੀ ਹੈ। ਉਹਨਾਂ ਨੇ ਇੱਕ ਚਿੱਠੀ ਲਿਖਤੀ ਸੀ ਸੋਨੀਆ ਗਾਂਧੀ ਨੂੰ। ਜੀ। ਸੋਨੀਆ ਗਾਂਧੀ ਵਾਲੀ ਚਿੱਠੀ ਦੀ ਚਰਚਾ ਬਹੁਤ ਜ਼ਿਆਦਾ ਹੋ ਗਈ ਕਿਉਂਕਿ ਉਹ ਚਿੱਠੀ ਜਿਹੜੀ ਹੈਗੀ ਹੈ ਜਨਤਕ ਵੀ ਕਰਤੀ ਸੀ ਜੀ, ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਤੀ ਸੀ। ਹਾਲਾਂਕਿ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਐਡਰੈਸ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਮੇਰੇ ਨਾਲ ਮੀਡੀਆ ਜ਼ਰੀਏ ਨਾ ਗੱਲ ਕੀਤੀ ਜਾਵੇ, ਜਿਹਨੇ ਗੱਲ ਕਰਨੀ ਹੈ ਮੇਰੇ ਨਾਲ ਸਿੱਧੀ ਗੱਲ ਕੀਤੀ ਜਾਵੇ। ਫਿਰ ਦੋ ਵਿਅਕਤੀ ਜਿਹੜੇ ਹੈਗੇ ਦਿੱਲੀੋਂ ਆਉਂਦੇ ਆ ਸਪੈਸ਼ਲ, ਇੱਕ ਤਾਂ ਹਰੀਸ਼ ਚੌਧਰੀ ਜੀ, ਇੱਕ ਮਿਸਟਰ ਕ੍ਰਿਸ਼ਨਾ ਹੈ। ਜਿਹੜੇ ਕ੍ਰਿਸ਼ਨਾ ਜਿਨ੍ਹਾਂ ਨੇ ਸਾਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ, ਸਿੱਧੂ ਨੂੰ ਪ੍ਰਧਾਨ ਬਣਾਉਣਾ, ਚੰਨੀ ਨੂੰ ਮੁੱਖ ਮੰਤਰੀ ਬਣਾਉਣਾ, ਇਸ ਆਪਰੇਸ਼ਨ ਦਾ ਜਿਹੜਾ ਅਸਲ ਸੂਤਰਧਾਰ ਹੈ ਉਹ ਕ੍ਰਿਸ਼ਨਾ ਹੈ ਜੀ। ਉਹ ਮੇਰਾ ਖਿਆਲ ਹੈ ਕਿਸੇ ਵਿਦੇਸ਼ੀ ਯੂਨੀਵਰਸਿਟੀ ਦਾ ਪੜ੍ਹਿਆ ਤੇ ਉਹ ਸਹਾਇਕ ਹੈ ਰਾਹੁਲ ਗਾਂਧੀ ਦਾ, ਉਹਦਾ ਬਹੁਤ ਵੱਡਾ ਮਦਦਗਾਰ ਹੈ। ਉਹਨਾਂ ਦੀ ਮੀਟਿੰਗ ਹੁੰਦੀ ਹੈ ਜੀ, 8 ਘੰਟੇ ਮੀਟਿੰਗ ਹੋਈ ਹੈ। ਅੱਛਾ ਜੀ। 8 ਘੰਟੇ ਵਾਲੀ ਮੀਟਿੰਗ ਤੋਂ ਬਾਅਦ ਸ਼ਾਮ ਨੂੰ ਸਮਝ ਲਓ 8 ਵਜੇ ਤੋਂ ਸ਼ੁਰੂ ਹੋ ਕੇ ਤੇ ਸਵੇਰ ਦੇ 3 ਵਜੇ ਤੱਕ ਚੱਲਦੀ ਰਹੀ ਹੈ। ਕਈ ਵਾਰੀ ਕਹਿੰਦੇ ਤਲਕਲਾਮੀ ਵੀ ਹੋਈ ਹੈ। ਤੇ ਫਿਰ ਬੀਬੀ ਨਵਜੋਤ ਕੌਰ ਸਿੱਧੂ ਕੱਲ੍ਹ ਆਪਣੇ ਹਲਕੇ 'ਚ ਗਈ ਸੀ ਜੀ। ਹਲਕਾ ਉਹੀ ਨਵਜੋਤ ਸਿੰਘ ਸਿੱਧੂ ਦਾ ਉਹੀ ਉਹਨਾਂ ਦਾ। ਉੱਥੇ ਫਿਰ ਪੱਤਰਕਾਰਾਂ ਨਾਲ ਗੱਲ ਹੋਈ। ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਿ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਨਾਲ ਆਪਣੀ ਗੱਲ ਕਰਦਾ ਕਦੇ ਜਵਾਬ ਨਹੀਂ ਦਿੰਦਾ ਨਾ, ਆਪਦੀ ਗੱਲ ਕਹਿ ਕੇ ਨਿਕਲ ਜਾਂਦੇ ਆ। ਜਾਂ ਨਵਜੋਤ ਸਿੰਘ ਸਿੱਧੂ ਆਪਣੇ ਸੋਸ਼ਲ ਮੀਡੀਆ ਜਿਹੜਾ ਪੇਜ ਹੈ ਉਹਦੇ ਉੱਤੇ ਉਹ ਸਾਰੀ ਆਪਣੀ ਗੱਲ ਕਹਿ ਦਿੰਦੇ। ਜਿਹੜੀ ਅਸਲ ਗੱਲ ਹੁੰਦੀ ਹੈ ਜੀ, ਅਸਲ ਗੱਲ ਜਿਹੜੀ ਹੈਗੀ ਹੈ ਉਹਨਾਂ ਦੀ ਧਰਮ ਪਤਨੀ ਬੋਲਦੀ ਹੈ। ਅੱਛਾ। ਜਦੋਂ ਉਹਨਾਂ ਦੀ ਧਰਮ ਪਤਨੀ ਬੋਲਦੀ ਹੈ ਤਾਂ ਉਦੋਂ ਮੰਨਿਆ ਜਾਂਦਾ ਕਿ ਨਵਜੋਤ ਸਿੰਘ ਸਿੱਧੂ ਆਪ ਬੋਲਦਾ। ਉਹਨਾਂ ਨੇ ਕੱਲ੍ਹ ਆਪਣੇ ਹਲਕੇ ਦੇ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਿਹੜੀਆਂ 2-3 ਗੱਲਾਂ ਕਹੀਆਂ, ਉਹਨਾਂ ਨੇ ਕਿਹਾ ਜੀ ਸਭ ਕੁਝ ਠੀਕ ਹੈ, ਸੇਮ ਪੇਜ ਤੇ ਹੈ, ਕੋਈ ਗੱਲ ਹੀ ਨਹੀਂ। ਸਾਡੇ ਮੁੱਖ ਮੰਤਰੀ ਸਾਹਿਬ ਤਾਂ ਬਹੁਤ ਵਧੀਆ, ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਮਿਲਦੇ ਆ, ਪਹਿਲੇ ਮੁੱਖ ਮੰਤਰੀ ਜਿਹੜੇ ਲੋਕਾਂ 'ਚ ਜਾ ਰਹੇ ਹੈ। ਅਗਲੀ ਗੱਲ ਉਹ ਕਹਿੰਦੀ ਹੈ ਕਿ ਸਾਰਾ ਕੁਝ ਕੋਈ ਅਲਾਦੀਨ ਦੇ ਚਿਰਾਗ ਨਾਲ ਨਹੀਂ ਹੋ ਜਾਂਦਾ ਹੁੰਦਾ। ਹਾਂ। ਆਹ ਗੱਲ ਪੱਤਰਕਾਰਾਂ ਨੇ ਪੁੱਛ ਲਿਆ ਕਿ 50 ਕਿਲੋਮੀਟਰ ਦਾ ਏਰੀਆ ਜਿਹੜਾ BSF ਨੂੰ ਦੇਣ ਦੀ ਗੱਲ ਹੈ, ਉਹਦੇ ਤੇ ਵੀ ਉਹਨੇ ਕਿਹਾ ਕਿ ਗੱਲ ਸੁਣੋ, 2 ਕਿਸਮ ਦੇ ਹੁੰਦੇ ਹੈ। ਜੇ ਤਾਂ ਪੰਜਾਬ ਨੂੰ ਜਰਕਾਇਆ ਜਾ ਰਿਹਾ ਹੈ ਫਿਰ ਤਾਂ ਮਾੜਾ ਹੈ, ਜੇ ਨੈਸ਼ਨਲ ਸਿਕਿਉਰਿਟੀ ਵਾਸਤੇ ਕੀਤਾ ਜਾ ਰਿਹਾ ਤਾਂ ਫਿਰ ਠੀਕ ਹੈ, ਫਿਰ ਚੰਗਾ ਹੈ। ਨੈਸ਼ਨਲ ਸਿਕਿਉਰਿਟੀ ਵਾਸਤੇ BJP ਵਾਲੇ ਕਹਿੰਦੇ ਅਮਿਤ ਸ਼ਾਹ ਜਰਕਾਉਣ ਨੂੰ ਕੌਣ ਕਹਿੰਦਾ, ਕਹਿੰਦੇ ਨਹੀਂ, ਉਹ ਕਹਿੰਦੇ ਇਹ ਵੀ ਠੀਕ ਹੈ। ਫਿਰ ਕਹਿੰਦੇ ਜੀ ਤੁਹਾਡੀ ਜਿਹੜੀ ਸਰਕਾਰ ਬਾਰੇ ਕੀ ਹੈ, ਕਹਿੰਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ, ਕੈਬਨਿਟ ਬੜੀ ਵਧੀਆ। ਆਹ ਦੇਖੋ ਕਹਿੰਦੀ ਰਾਜਾ ਵੜਿੰਗ ਕਿੱਡਾ ਵਧੀਆ ਕੰਮ ਕਰ ਰਿਹਾ। ਰਾਜਾ ਵੜਿੰਗ ਦਾ ਵੀ ਨਾਲ ਹੈ ਤਾਂ ਉਹ ਵੀ ਗੱਲ ਕਹਿ ਦਿੱਤੀ। ਮਤਲਬ ਇੱਥੋਂ ਇਉਂ ਲੱਗਦਾ ਹੈ ਕਿ ਥੋੜਾ ਰੀਥਿੰਕਿੰਗ ਸਟਾਰਟ ਹੋ ਗਈ ਹੈ, ਕਿਉਂਕਿ ਚੰਨੀ ਵੀ ਥੋੜਾ ਜਿਹਾ ਹੁਣ ਆਪਣਾ ਦਿਖਾਉਣ ਲੱਗ ਗਿਆ ਦਿਖਾਉਣ ਵੀ ਮੈਂ ਹੈਗਾ। ਉਧਰੋਂ ਹਾਈ ਕਮਾਂਡ ਵੀ ਅੱਕ ਚੁੱਕੀ ਹੈ ਕਿ ਨਿਤ ਕਿਹਦੀਆਂ ਮਿੰਤਾਂ ਕਰਕੇ ਜਿਹੜਾ ਕੁਛ ਹੋਣਾ ਜੇ ਸਰਕਾਰ ਜਾਂਦੀ ਹੈ ਤਾਂ ਜਾਵੇ। ਇਸ ਕਰਕੇ ਮੇਰਾ ਖਿਆਲ ਹੈ ਵੀ ਜਿਹੜੀ ਬੀਬੀ ਬੋਲੀ ਹੈ ਨਾ, ਉਹ ਬੀਬੀ ਦਾ ਬੋਲਣ ਦਾ ਮਤਲਬ ਠੰਡਾ ਛਿੜਕੇ ਜੀ, ਇਦੋਂ ਬਾਅਦ ਕੁਛ ਨਹੀਂ ਹੈ। ਚਲੋ ਠੰਡਾ ਹੀ ਰਵੇ ਤਾਂ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੁਛ ਨਾ ਕੁਛ ਦੂਜੇ ਵੀ ਹੋਣ, ਨਹੀਂ ਤਾਂ ਲੜਾਈ ਦੇ ਵਿੱਚੋਂ ਤਾਂ ਅਗਲਾ ਕਹਿੰਦਾ ਮੇਰਾ ਤਾਂ ਦਾ ਲੱਗ ਗਿਆ ਤੇ ਆਪਾਂ ਕੀ ਬਾਹਲਾ ਕੰਮ ਕਰਕੇ ਲੈਣਾ। ਬਿਲਕੁਲ ਜੀ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਮੁਲਾਕਾਤ ਕੱਲ੍ਹ ਨੂੰ ਫਿਰ ਹੋਏਗੀ। ਸ਼ਮਾਦਾਨ।